जिन मानस ते देवते किए, करत न लागी वार। हाँ आया दूरों चल के, मैं तकी तो सरनाए जियो। मैं आशा रखी चित में, मेरा सबो दुख गवाए जियो। मैं आशा रखी चित में, मेरा सबो दुख गवाए जियो। इत मार्ग चलै पाईड़ै, गुर कहै सो कार कमाए जियो। त्यागै मन की मतड़ी, विसारै दूजा पाओ जियो। त्यागै मन की मतड़ी, विसारै दूजा पाओ जियो। इउं पावै हर दरसावड़ा, न लगै तती वाओ जियो। हाँ आपों बोल न जानदा, मैं कहिया सब हुक्माओ जियो। हाँ आपों बोल न जानदा, मैं कहिया सब हुक्माओ जियो। तू ठाकुर तू साहिबो, तू ठाकुर तू साहिबो। तू है मेरा मीरा, तुद भावै तेरी बंदगी। तू गुणी गहीरा, तुद भावै तेरी बंदगी। तू गुणी गहीरा, आपे हर एक रंग है, आपे बहुरंगी। जो तिस भावै नानका, साई गल चंगी। कवन वडाई कह सकूं बेअंत गुणीता, कर किरपा मोहे नाम देहु। नानक दर सरीता, कर किरपा मोहे नाम देहु। नानक दर सरीता। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਜੁੜ ਮਿਲ ਬੈਠੀ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਆਪਣੀ ਪਾਵਨ ਪਵਿੱਤਰ ਗੋਦ ਦੀ ਦਾਤ, ਹਜ਼ੂਰੀ ਦੀ ਦਾਤ, ਚਰਨ ਸ਼ਰਨ ਦੀ ਦਾਤ ਬਖਸ਼ੀ ਗੁਰ ਸੰਗਤ ਗੁਰੂ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਕੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਬਹੁਤ ਹੀ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਨੇ ਔਰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਇਹਨਾਂ ਘੜੀਆਂ ਨੂੰ ਸਕਾਰਤ ਬਣਾਇਆ, ਸਫਲਾ ਬਣਾਇਆ ਹੈ। ਕੀਰਤਨ ਤੋਂ ਉਪਰੰਤ ਆਓ ਜੋ ਗੁਰੂ ਘਰ ਵਿਖੇ ਸ਼ਾਮ ਵੇਲੇ ਦੇ ਦੀਵਾਨਾਂ ਦੀ ਕਥਾ ਵਿਚਾਰ ਦੀ ਇੱਕ ਲੜੀ ਚੱਲ ਰਹੀ ਹੈ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਨਿਤਾ ਪ੍ਰਤੀ ਆਪ ਜੀ ਵਿਚਾਰ ਸਹਿਤ ਸ਼ਰਵਣ ਕਰਦੇ ਹੋ। ਸੋ ਤਿੰਨਾਂ ਵਿਚਾਰਾਂ ਦੇ ਨਾਲ ਜੁੜੀਏ। ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 210 ਸ਼ਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ ਔਰ ਅਗਲੇਰੇ ਬਚਨ ਮਿੱਥੇ ਹੋਏ ਸਮੇਂ ਮੁਤਾਬਕ ਜਿਵੇਂ ਸਤਿਗੁਰੂ ਸੇਵਾ ਲੈਣਗੇ ਉਸੇ ਤਰ੍ਹਾਂ ਆਪਾਂ ਅਗਲੇਰੇ ਬਚਨਾਂ ਦੀ ਵਿਚਾਰ ਕਰਾਂਗੇ। ਜਿੱਥੇ ਹਰ ਸਿੱਖ ਦਾ ਫਰਜ਼ ਹੈ ਕਿ ਗੁਰੂ ਕਾ ਸਿੱਖ ਗੁਰਬਾਣੀ ਦਾ ਪਾਠ ਕਰੇ, ਗੁਰਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰੇ। ਉੱਥੇ ਨਾਲ ਦੀ ਨਾਲ ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਗਾਉਂਦੇ ਹਾਂ, ਜੋ ਅਸੀਂ ਸੁਣਦੇ ਹਾਂ, ਉਹਨੂੰ ਨਾਲ ਦੀ ਨਾਲ ਵਿਚਾਰੀਏ ਵੀ ਜ਼ਰੂਰ, ਤਾਂ ਕਿ ਸਾਨੂੰ ਪਤਾ ਤਾਂ ਲੱਗੇ ਕਿ ਜਿਹੜੇ ਆਪਾਂ ਸ਼ਬਦ ਪੜ੍ਹ ਰਹੇ ਹਾਂ ਉਹਨਾਂ ਸ਼ਬਦਾਂ 'ਚ ਸਾਡੇ ਗੁਰੂ ਨੇ ਸਾਨੂੰ ਕਿਹਾ ਕੀ ਹੈ, ਉਪਦੇਸ਼ ਕੀ ਦਿੱਤਾ ਹੈ, ਸੰਦੇਸ਼ ਕੀ ਦਿੱਤਾ ਹੈ। ਕਿਉਂਕਿ ਅਸੀਂ ਸ਼ਬਦ ਦੇ ਪੁਜਾਰੀ ਹਾਂ। ਸ਼ਬਦ 'ਚ ਜੋ ਗਿਆਨ ਬਖਸ਼ਿਆ ਗਿਆ ਹੈ ਉਸ ਗਿਆਨ ਦੇ ਅਸੀਂ ਪੁਜਾਰੀ ਹਾਂ ਔਰ ਅੱਖਰ ਸ਼ਬਦਾਂ 'ਚ ਸਮੋਇਆ ਹੋਇਆ ਜੋ ਗਿਆਨ ਹੈ ਉਹ ਹਮੇਸ਼ਾ ਅਗਵਾਈ ਦਿੰਦਾ ਹੈ। ਮਹਾਰਾਜ ਨੇ ਬਹੁਤ ਸਾਰੇ ਪ੍ਰਮਾਣਾਂ ਦੇ ਰਾਹੀਂ ਵਿਚਾਰ ਦੀ ਜੋ ਵਡਿਆਈ ਹੈ ਉਹ ਵੀ ਸਾਨੂੰ ਸਮਝਾਈ ਹੈ। ਬਲਕਿ ਇੱਥੋਂ ਤੱਕ ਗੁਰੂ ਸਾਹਿਬ ਨੇ ਬਚਨ ਕਿਹਾ ਹੈ ਕਿ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵਈ ਜਿਚਰ ਸ਼ਬਦ ਨ ਕਰੈ ਵਿਚਾਰ। ਗੱਲ ਕੇਵਲ ਵੇਖਿਆ ਨਹੀਂ ਬਣਨੀ ਹੈ, ਗੱਲ ਬਣਨੀ ਹੈ ਵਿਚਾਰਿਆਂ, ਗੱਲ ਬਣਨੀ ਹੈ ਕਮਾਇਆ। ਇਸ ਕਰਕੇ ਵਿਚਾਰਨਾ ਤੇ ਕਮਾਉਣਾ ਬਹੁਤ ਜ਼ਰੂਰੀ ਹੈ। ਸੋ ਕਬੀਰ ਸਾਹਿਬ ਜੀ ਦੇ ਬਚਨਾਂ ਨੂੰ ਆਪਾਂ ਵਿਚਾਰ ਰਹੇ ਹਾਂ ਔਰ 210 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਅਸੀਂ ਵਿਚਾਰ ਨੂੰ ਸੰਕੋਚਿਆ ਸੀ, ਇਹ 3 ਸ਼ਲੋਕ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਨ, ਜੋ ਕਬੀਰ ਸਾਹਿਬ ਜੀ ਨੇ ਪਾਵਨ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਨੇ। ਉਹਨਾਂ ਦਾ ਹੀ ਕੁਝ ਵਿਸਥਾਰ, ਕੁਝ ਵਿਆਖਿਆ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਸ਼ਲੋਕਾਂ 'ਚ ਕੀਤੀ ਹੈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਇੱਕੋ ਲੜੀ 'ਚ ਆਏ ਹੋਏ 3 ਸ਼ਲੋਕਾਂ 'ਚੋਂ 2 ਸ਼ਲੋਕ ਆਪ ਜੀ ਨੇ ਕੱਲ੍ਹ ਵਿਚਾਰ ਸਹਿਤ ਸ਼ਰਵਣ ਕੀਤੇ ਸਨ
ਤੇ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਧਰਤੀ ਭਾਰ ਨਾ ਵਿਆਪਈ, ਵਿਆਪਈ ਉਨ ਕੋ ਲਾਹੂ ਲਾਹੇ। ਇਹ ਜੋ ਸੰਗਤ ਹੈ, ਹੁਣ ਵੇਖੋ ਇਹ ਜਗ੍ਹਾ ਤੇ ਹੈ ਗੁਰਮੁਖ ਪਿਆਰਿਆਂ ਦੇ ਜੁੜਨ ਵਾਲੀ, ਜਿੱਥੇ ਵਾਹਿਗੁਰੂ ਦੀ ਇਬਾਦਤ ਆਪਾਂ ਕਰਦੇ ਹਾਂ, ਕਰਤੇ ਕੀਆਂ ਬਾਤਾਂ ਕਰਦੇ ਹਾਂ ਔਰ ਵੱਡੇ ਦੀਆਂ ਵਡਿਆਈਆਂ ਕਰਦੇ ਹਾਂ ਸਤ ਸੰਗਤ 'ਚ। ਤੇ ਮਹਾਰਾਜ ਕਹਿੰਦੇ ਜੇ ਇੱਥੇ ਕੋਈ ਤਸਕਰ ਵੀ ਪਹੁੰਚ ਜਾਏ ਨਾ, ਚੋਰ ਬਿਰਤੀ, ਚੋਰ ਤਸਕਰ ਦਾ ਅਰਥ ਹੈ, ਮਤਲਬ ਹੈ ਚੋਰ, ਔਰ ਉਹ ਸੰਗਤ 'ਚ ਪਹੁੰਚ ਗਿਆ ਤੇ ਇਹ ਸੰਗਤ ਨੂੰ ਉਹਦੇ ਆਉਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਕੋਈ ਮਾੜਾ ਬੰਦਾ, ਮਾੜੀ ਬਿਰਤੀ ਵਾਲਾ, ਸੋਚ ਵਾਲਾ ਵੀ ਪਹੁੰਚ ਗਿਆ, ਇਸ ਧਰਤੀ ਨੂੰ ਕੋਈ ਉਹਦਾ ਭਾਰ ਨਹੀਂ ਵਿਆਪਦਾ ਹੈ, ਬਲਕਿ ਉਹ ਜ਼ਰੂਰ ਗੁਰਸੰਗਤ ਦੇ ਵਿੱਚ ਆ ਕੇ ਕੁਝ ਨਾ ਕੁਝ ਲਾਹਾ ਖੱਟ ਜਾਂਦਾ ਹੈ। ਕੋਈ ਇੱਕ ਬੋਲ, ਕੋਈ ਇੱਕ ਸ਼ਬਦ, ਕੋਈ ਇੱਕ ਸਿੱਖਿਆ ਹੀ ਉਹਨੇ ਸੁਣ ਲਈ, ਕੁਝ ਤਾਂ ਚੰਗਾ ਉਹਦੇ ਅੰਦਰ ਗਿਆ। ਕਿਸੇ ਵਕਤ ਵੀ ਉਹ ਜੋ ਚੰਗਾ ਸੁਣਿਆ ਹੈ ਉਹ ਅੰਦਰ ਬੀਜ ਚਲਾ ਗਿਆ ਹੈ, ਉਹ ਕਿਸੇ ਵਕਤ ਵੀ ਅੰਕੁਰ ਬਣ ਕੇ ਫੁੱਟ ਸਕਦਾ ਹੈ। ਕਿਸੇ ਦੇ ਹੋ ਸਕਦਾ ਜੀਵਨ 'ਚ ਉਸੇ ਵਕਤ ਹੀ ਸੰਗਤ ਦਾ ਪ੍ਰਭਾਵ, ਅਸਰ, ਚੰਗੀ ਸਿੱਖਿਆ, ਵਿਚਾਰ ਦਾ ਪਵੇ, ਜੀਵਨ ਉਸੇ ਵਕਤ ਹੀ ਬਦਲ ਜਾਏ। ਕਿਸੇ ਨੂੰ ਬਾਅਦ 'ਚ ਕੋਈ ਹੋਰ ਸੰਸਾਰ ਤੋਂ ਠੋਕਰ ਲੱਗੇ ਤੇ ਫਿਰ ਗੁਰੂ ਦੀ ਗੱਲ ਦਾ ਚੇਤਾ ਆਵੇ, ਫਿਰ ਵੀ ਬਦਲ ਸਕਦਾ ਹੈ ਜੀਵਨ। ਮਹਾਰਾਜ ਕਹਿੰਦੇ ਉਹ ਜ਼ਰੂਰ ਲਾਹਾ ਖੱਟ ਕੇ ਜਾਂਦਾ। ਕਹਿਣ ਦਾ ਭਾਵ ਕਿ ਉਹਦੀ ਚੋਰ ਬਿਰਤੀ, ਕੁੜਿਆਰ ਬਿਰਤੀ, ਮਾੜੀ ਬਿਰਤੀ ਦਾ ਸੰਗਤ ਤੇ ਅਸਰ ਨਹੀਂ ਹੁੰਦਾ ਹੈ, ਬਲਕਿ ਸੰਗਤ ਦੀ ਸਚਿਆਰ ਬਿਰਤੀ ਦਾ ਅਸਰ ਜ਼ਰੂਰ ਉਹਦੇ ਤੇ ਹੋ ਵਰਤਦਾ ਹੈ। ਅੱਗੇ ਮਹਾਰਾਜ ਫਰਮਾਨ ਕਰਦੇ ਹਨ, ਮਹੱਲਾ ਪੰਜਵਾਂ, ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ। ਇਸ ਲੋਕ ਰਾਹੀਂ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਬੰਦਾ ਮਾੜੀ ਸੰਗਤ ਦੇ ਵਿੱਚ ਪਹੁੰਚਦਾ ਹੈ ਫਿਰ ਜ਼ਰੂਰ ਸੱਟਾਂ ਖਾਣੀਆਂ ਪੈਂਦੀਆਂ ਨੇ। ਜਿਵੇਂ ਪਿਛਲੇ ਸ਼ਲੋਕ 'ਚ ਕਿਹਾ ਗਿਆ ਕਿ ਸੰਗਤ ਹੈ ਚੰਗੀ, ਉਹਦੇ 'ਚ ਇੱਕ ਬੰਦਾ ਮਾੜਾ ਵੀ ਪਹੁੰਚ ਗਿਆ ਹੈ, ਸੰਗਤ ਨੂੰ ਫਰਕ ਨਹੀਂ ਪੈਂਦਾ ਹੈ, ਮਾੜਾ ਜ਼ਰੂਰ ਉੱਥੋਂ ਕੁਝ ਨਾ ਕੁਝ ਖੱਟ ਜਾਂਦਾ ਹੈ। ਪਰ ਸੰਗਤ ਹੈ ਮਾੜੀ ਤੇ ਉੱਥੇ ਇੱਕ ਚੰਗਾ ਪਹੁੰਚ ਗਿਆ ਹੈ, ਇੱਕ ਚੰਗਾ ਉੱਥੇ ਪਹੁੰਚ ਗਿਆ ਹੈ। ਮਹਾਰਾਜ ਕਹਿੰਦੇ ਚੰਗਾ ਬੰਦਾ ਮਾੜੀ ਸੰਗਤ, ਕੁੜਿਆਰਾਂ ਦੀ ਸੰਗਤ ਪਹੁੰਚ ਗਿਆ, ਉਹਨੂੰ ਉੱਥੇ ਜਾ ਕੇ ਨੁਕਸਾਨ ਜ਼ਰੂਰ ਹੁੰਦਾ ਜੇ। ਜਿਵੇਂ ਇੱਕ ਜਗ੍ਹਾ ਹੋਰ ਕਬੀਰ ਸਾਹਿਬ ਨੇ ਕਿਹਾ ਹੈ, ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ ਦਾਗ। ਭਾਈ ਗੁਰਦਾਸ ਸਾਹਿਬ ਇਸੇ ਚੀਜ਼ ਬਾਰੇ ਕਹਿੰਦੇ ਹਨ, ਵੜੀਆ ਕੱਜਲ ਕੋਠੜੀ ਮੂੰਹ ਕਾਲਖ ਭਰੀਐ। ਉਹ ਕਹਿੰਦੇ ਮਾੜੀ ਸੰਗਤ ਇੱਦਾਂ ਹੈ ਜਿਵੇਂ ਸਵਾਹ ਵਾਲੀ ਕੋਠੜੀ ਹੈ, ਉਹਦੇ 'ਚ ਹੁਣ ਬੰਦਾ ਗਿਆ ਜਾਏਗਾ ਤੇ ਸੁਭਾਵਿਕ ਗੱਲ ਹੈ ਸਵਾਹ ਕਾਲਖ ਚਿਹਰੇ ਤੇ, ਕੱਪੜਿਆਂ ਤੇ, ਮੂੰਹ ਤੇ ਲੱਗਣੀ, ਉਹਨੇ ਅਸਰ ਕਰ ਦਿੱਤਾ, ਪ੍ਰਭਾਵ ਪਾ ਦਿੱਤਾ। ਕਿਉਂਕਿ ਜਿਵੇਂ ਚੰਗੀ ਸੰਗਤ ਦੇ ਵਿੱਚ ਕੋਈ ਮਾੜਾ ਆਇਆ ਤੇ ਚੰਗੀ ਸੰਗਤ ਨੇ ਉਹਦੇ ਤੇ ਕੋਈ ਚੰਗਾ ਪ੍ਰਭਾਵ ਦਿੱਤਾ, ਉਹਨੂੰ ਕੋਈ ਚੰਗੀ ਸਿੱਖਿਆ ਦਿੱਤੀ। ਇਸੇ ਤਰ੍ਹਾਂ ਜੇ ਕੋਈ ਮਾੜੀ ਸੰਗਤ 'ਚ ਜਾਂਦਾ ਹੈ, ਮਾੜੇ ਬੰਦਿਆਂ ਦੇ ਮਾੜੇ ਬੋਲ ਉਹ ਸੁਣੇਗਾ, ਮਾੜੀ ਵਿਚਾਰ ਉਹਦੇ ਅੰਦਰ, ਮਾੜਾ ਬੀਜ ਉਹਦੇ ਅੰਦਰ ਚਲਾ ਗਿਆ ਮਾੜੀ ਸੰਗਤ 'ਚ। ਜਿਵੇਂ ਇੱਕ ਕਹਾਣੀ ਪਿਛਲੇ ਦਿਨੀ ਵੀ ਆਪਾਂ ਸਾਂਝੀ ਕੀਤੀ ਸੀ ਕਿ ਕਿਸੇ ਜ਼ਿਮੀਂਦਾਰ ਨੇ ਖੇਤ ਦੇ ਵਿੱਚ ਫਸਲ ਬੀਜੀ, ਫਸਲ ਦਾ ਛੱਟਾ ਦਿੱਤਾ ਦਾਣੇ। ਤੇ ਜਿਵੇਂ ਅਸੀਂ ਪਿੰਡਾਂ ਆਦਿਕ ਦੇ ਵਿੱਚ ਜ਼ਿਮੀਂਦਾਰ ਘਰਾਂ 'ਚੋਂ ਆਏ ਹਾਂ, ਵੇਖਦੇ ਹਾਂ ਕਿ ਉਦੋਂ ਬਹੁਤ ਸਾਰੇ ਪੰਛੀ ਫਸਲ ਚੁਗਣ ਦੇ ਲਈ, ਦਾਣੇ ਚੁਗਣ ਦੇ ਲਈ ਖੇਤਾਂ 'ਚ ਪਹੁੰਚ ਜਾਂਦੇ ਹਨ। ਔਰ ਜ਼ਿਮੀਂਦਾਰ ਨੇ ਜਾਲ ਲਗਾ ਲਿਆ ਪੰਛੀਆਂ ਨੂੰ ਪਕੜਨ ਦੇ ਲਈ, ਜਿਹੜੇ ਖੇਤ ਬਰਬਾਦ ਕਰ ਰਹੇ ਸਨ, ਖੇਤਾਂ 'ਚੋਂ ਦਾਣੇ ਚੁਗ ਰਹੇ ਸਨ। ਹੁਣ ਜਦੋਂ ਉਹਨੇ ਜਾਲ ਲਗਾਇਆ, ਪੰਛੀ ਪਕੜੇ ਤੇ ਉਹਨਾਂ ਦੇ ਵਿੱਚ ਇੱਕ ਸਾਰਸ ਨਾਮ ਦਾ ਪੰਛੀ ਵੀ ਸੀ, ਉਹ ਵੀ ਫੜ ਲਿਆ। ਕਹਾਣੀ ਲਿਖਣ ਵਾਲੇ ਨੇ ਲਿਖਿਆ ਹੈ। ਹੁਣ ਉਹ ਜਿਹੜਾ ਸਾਰਸ ਨਾਮ ਦਾ ਪੰਛੀ ਸੀ,
ਜਦੋਂ ਉਹਨੂੰ ਵੀ ਜ਼ਿਮੀਂਦਾਰ ਨੇ, ਕਿਸਾਨ ਨੇ ਪਕੜ ਲਿਆ ਤੇ ਜਿਹੜੇ ਬਾਕੀ ਪੰਛੀ ਫੜੇ ਸਨ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ। ਇਹਨੇ ਪੁਕਾਰ ਕੇ ਕਿਹਾ, ਜੀ ਮੈਨੂੰ ਨਾ ਮਾਰਿਓ, ਮੈਂ ਕੋਈ ਤੁਹਾਡੇ ਖੇਤਾਂ ਦੇ ਵਿੱਚੋਂ ਕੋਈ ਬੀਜ ਨਹੀਂ ਸੀ ਚੁਣ ਰਿਹਾ, ਤੁਹਾਡੇ ਬੀਜੇ ਹੋਏ ਦਾਣੇ ਮੈਂ ਨਹੀਂ ਸੀ ਖਾਂਦਾ ਪਿਆ, ਮੈਂ ਤੁਹਾਡੀ ਫਸਲ ਬਰਬਾਦ ਨਹੀਂ ਸੀ ਕਰ ਰਿਹਾ, ਮੈਂ ਤੇ ਬਸ ਬਾਕੀ ਪੰਛੀਆਂ ਦੇ ਨਾਲ ਵੈਸੇ ਹੀ ਖੇਡਣ ਦੇ ਲਈ ਪਹੁੰਚ ਗਿਆ ਸੀ। ਮੇਰੀ ਖੁਰਾਕ ਕੋਈ ਇਹ ਬੀਜ ਥੋੜ੍ਹਾ ਹਨ, ਮੈਂ ਤੇ ਪਾਣੀ 'ਚ ਰਹਿਣ ਵਾਲੇ ਜੀਵਾਂ ਨੂੰ ਖਾਂਦਾ ਹਾਂ ਤੇ ਉਹਦੇ ਨਾਲ ਮੇਰਾ ਪੇਟ ਭਰਦਾ ਹੈ, ਮੇਰਾ ਜੀਵਨ ਚੱਲਦਾ ਹੈ। ਸੋ ਮੈਂ ਕੋਈ ਤੁਹਾਡੇ ਖੇਤਾਂ ਦੇ ਵਿੱਚੋਂ ਚੀਜ਼ ਨਹੀਂ ਸੀ ਚੁਰਾਉਂਦਾ ਪਿਆ, ਇਸ ਕਰਕੇ ਮੈਨੂੰ ਸਜ਼ਾ ਨਾ ਦਿਓ, ਮੈਨੂੰ ਬਖਸ਼ ਦੇਵੋ। ਅੱਗੋਂ ਜ਼ਿਮੀਂਦਾਰ ਕਹਿਣ ਲੱਗਾ, ਮੈਂ ਵੀ ਮੰਨਦਾ ਹਾਂ ਤੂੰ ਬਾਕੀ ਚੋਰਾਂ ਦੀ ਤਰ੍ਹਾਂ ਚੋਰ ਨਹੀਂ, ਬੇਸ਼ੱਕ ਤੂੰ ਬਾਕੀਆਂ ਦੀ ਤਰ੍ਹਾਂ ਮੇਰੀ ਫਸਲ ਦੇ ਵਿੱਚੋਂ ਦਾਣੇ ਨਹੀਂ ਸੀ ਚੁਗਦਾ ਪਿਆ, ਪਰ ਤੂੰ ਵੀ ਸਜ਼ਾ ਦਾ ਹੱਕਦਾਰ ਹੈ, ਕਿਉਂਕਿ ਤੂੰ ਵੀ ਉਹਨਾਂ ਚੋਰਾਂ ਦੀ ਸੰਗਤ ਕਰ ਰਿਹਾ ਸੀ, ਇਸ ਕਰਕੇ ਉਹਨਾਂ ਦੀ ਸੰਗਤ ਕਰਨ ਕਰਕੇ ਤੂੰ ਵੀ ਚੋਰ ਹੀ ਹੈ। ਇਹੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ ਕਿ ਜਦੋਂ ਬੰਦਾ ਮਾੜੀ ਸੰਗਤ ਦੇ ਵਿੱਚ ਜਾਂਦਾ ਹੈ ਤੇ ਉਹਦੇ ਤੇ ਫਿਰ ਮਾੜੀ ਸੰਗਤ ਦੇ ਵਿੱਚ ਜਾਣ ਦਾ ਜਿਹੜਾ ਇੱਕ ਕਲੰਕ ਹੈ ਉਹ ਤੇ ਉਹਦੇ ਮੱਥੇ ਤੇ ਲੱਗ ਹੀ ਜਾਂਦਾ ਹੈ। ਜਿਵੇਂ ਸਵਾਹ ਵਾਲੀ ਕੋਠੜੀ 'ਚ ਬੰਦਾ ਜਾਏਗਾ, ਬਾਹਰ ਵੀ ਭਾਵੇਂ ਆ ਗਿਆ ਪਰ ਉਹਦਾ ਅਸਰ ਜ਼ਰੂਰ ਹੋਇਆ। ਬਾਸਨ ਕਾਰੋ ਪਰਸੀ ਹੈ ਤਾਂ ਕਿਛ ਲੱਗ ਗਿਆ ਦਾਗ। ਕਬੀਰ ਸਾਹਿਬ ਨੇ ਉਦਾਹਰਣ ਦਿੱਤੀ ਹੈ ਚਾਵਲ ਦੀ ਤੇ ਤੁੱਖ ਦੀ। ਤੁੱਖ ਭਾਵ ਉਹ ਜਿਹੜੇ ਚਾਵਲ ਦੇ ਉੱਪਰ ਉਹ ਜਿਹਦੇ ਨਾਲ ਉਹ ਢੱਕੇ ਹੁੰਦੇ ਹਨ ਚਾਵਲ, ਜਦੋਂ ਚਾਵਲ ਕੱਢ ਲਏ ਉਹ ਤਾਂ ਫਿਰ ਚਾਵਲ ਵੱਖਰੇ ਹੋ ਗਏ, ਤੁੱਖ ਵੱਖਰਾ ਹੋ ਗਿਆ। ਜਿੰਨੀ ਦੇਰ ਤੱਕ ਚਾਵਲ ਤੇ ਤੁੱਖ ਵੱਖਰੇ ਨਹੀਂ ਹੁੰਦੇ ਉਨੀ ਦੇਰ ਤੱਕ ਉਹਨੂੰ ਆਪਾਂ ਜੀਰੀ ਜਾਂ ਝੋਨਾ ਜਾਂ ਬਾਸਮਤੀ ਵੱਖਰੇ ਵੱਖਰੇ ਉਹ ਨਾਮ ਦਿੱਤੇ ਜਾਂਦੇ ਹਨ। ਕਬੀਰ ਸਾਹਿਬ ਕਹਿੰਦੇ ਹੁਣ ਵੇਖੋ, ਚਾਵਲ ਇੱਕ ਸਵਾਰਥ ਸੀ, ਚਾਵਲ ਜ਼ਰੂਰਤ ਸੀ, ਚਾਵਲ ਬੰਦੇ ਨੇ ਹਾਸਲ ਕਰਨੇ ਸਨ ਤੇ ਕਬੀਰ ਚਾਵਲ ਕਾਰਣੇ ਤੁੱਖ ਕੋ ਮੋਹਲੀ ਲਾਏ। ਮੋਹਲੀ ਭਾਵ ਉਹ ਡੰਡਾ ਜਿਹਦੇ ਨਾਲ ਪਹਿਲਿਆਂ ਸਮਿਆਂ ਦੇ ਵਿੱਚ ਚਾਵਲ ਵੱਖਰੇ ਕੀਤੇ ਜਾਂਦੇ ਸਨ ਤੁੱਖਾਂ ਦੇ ਵਿੱਚੋਂ, ਉਹਨੂੰ ਵੀ ਸੱਟ ਸਹਿਣੀ ਪਈ। ਜਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸੈਲਰਾਂ ਜਾਂ ਮਸ਼ੀਨਾਂ ਆਦਿਕ ਦੇ ਵਿੱਚ ਚਾਵਲ ਤੇ ਬੰਦੇ ਦੀ ਸਵਾਰਥ ਹੈ, ਉਹ ਤੇ ਖੁਰਾਕ ਹੈ, ਚਾਹੀਦੇ ਹਨ, ਪਰ ਉਹਦੀ ਖਾਤਰ ਨਾਲ ਦੀ ਨਾਲ ਜਿਹੜੇ ਉਹ ਜੀਰੀ ਦੇ ਦਾਣਿਆਂ ਦੇ ਤੁੱਖ ਹਨ ਉਹਨਾਂ ਨੂੰ ਵੀ ਬਰਾਬਰ ਸੱਟਾਂ ਖਾਣੀਆਂ ਪੈਂਦੀਆਂ ਹਨ। ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ। ਕਬੀਰ ਸਾਹਿਬ ਕਹਿੰਦੇ ਇੱਕ ਹੈ ਗੁਨਾਹਗਾਰ, ਉਹਨੂੰ ਤੇ ਉਹਦੇ ਮਾੜੇ ਕਰਮਾਂ ਦੀ ਸਜ਼ਾ ਮਿਲਣੀ, ਉਹਦੇ ਤੇ ਕਰਮਾਂ ਦਾ ਲੇਖਾ ਹੋਣਾ ਹੀ ਹੋਣਾ ਹੈ, ਪਰ ਜਿਹੜਾ ਉਹਦੀ ਸੰਗਤ 'ਚ ਬੈਠਾ ਹੁੰਦਾ ਹੈ ਉਹਨੂੰ ਵੀ ਬਰਾਬਰ ਪੁੱਛਿਆ ਜਾਂਦਾ ਤੂੰ ਉਹਦੇ ਕੋਲ ਕੀ ਕਰਦਾ ਸੀ, ਉਹਨੂੰ ਵੀ ਬਰਾਬਰ। ਅਕਸਰ ਆਪਾਂ ਸਮਾਜ ਅੰਦਰ ਵੀ ਵੇਖਦੇ ਹਾਂ, ਕਈ ਵਾਰ ਕੋਈ ਕ੍ਰਾਈਮ ਹੁੰਦਾ ਹੈ ਤੇ ਕ੍ਰਾਈਮ ਕਰਨ ਵਾਲਾ ਕ੍ਰਿਮੀਨਲ ਤੇ ਪਕੜਿਆ ਗਿਆ ਤੇ ਕਿਸੇ ਵਕਤ ਉਹਦੇ ਨਾਲ ਉਹਦੇ ਕ੍ਰਾਈਮ ਕਰਨ ਦੇ ਥੋੜ੍ਹਾ ਸਮਾਂ ਪਹਿਲਾਂ ਬਾਅਦ 'ਚ ਜੇ ਕੋਈ ਹੋਰ ਵੀ ਨਾਲ ਸੀ ਉਹਦੇ ਸੰਪਰਕ ਦੇ ਵਿੱਚ ਤੇ ਨਾਲ ਦੀ ਨਾਲ ਉਹਦੇ ਕੋਲੋਂ ਵੀ ਪੂਰੀ ਛਾਣਬੀਣ ਹੁੰਦੀ ਕਿ ਤੂੰ ਕੀ ਕਰ ਰਿਹਾ ਸੀ, ਕਿਧਰੇ ਤੂੰ ਵੀ ਉਹਦੇ ਵੱਲੋਂ ਕੀਤੇ ਹੋਏ ਜ਼ੁਲਮ ਦੇ ਵਿੱਚ ਭਾਈਵਾਲ ਨਾ ਹੋ। ਕਈ ਵਾਰ ਕਈਆਂ ਨੂੰ ਫਿਰ ਇਸੇ ਭੁਲੇਖੇ ਸਜ਼ਾਵਾਂ ਵੀ ਮਿਲ ਜਾਂਦੀਆਂ ਨੇ। ਸੋ ਕਬੀਰ ਸਾਹਿਬ ਕਹਿੰਦੇ ਇਹ ਮਾੜੀ ਸੰਗਤ ਦਾ ਨੁਕਸਾਨ ਹੈ, ਇਸ ਕਰਕੇ ਕੱਲ੍ਹ ਨੂੰ ਕਿਸੇ ਧਰਮ ਰਾਏ ਦੇ ਲੇਖੇ 'ਚ ਫਸਣਾ ਪਵੇ, ਕੱਲ੍ਹ ਨੂੰ ਕੋਈ ਹੋਰ ਦੁੱਖ ਵਿਪਤਾ ਸਹਿਣੀ ਪਵੇ, ਉਹਦੇ ਨਾਲੋਂ ਚੰਗਾ ਹੈ ਅਸੀਂ ਅੱਜ ਸੁਚੇਤ ਹੋ ਕੇ ਚੱਲੀਏ। ਮਾੜੀ ਸੰਗਤ ਦੀ ਮਾੜੀ ਬਹਿਣ ਦੀ ਬਜਾਏ ਚੰਗੀ ਸੰਗਤ ਦੇ ਵਿੱਚ, ਉੱਤਮ ਸੰਗਤ ਦੇ ਵਿੱਚ ਜੁੜੀਏ, ਜਿੱਥੇ ਕੋਈ ਕਲੰਕ ਨਹੀਂ ਲੱਗਦਾ ਹੈ, ਜਿੱਥੇ ਕੋਈ ਦਾਗ ਨਹੀਂ ਲੱਗਦਾ ਹੈ, ਬਲਕਿ ਜਿਸ ਸੰਗਤ ਦੇ ਵਿੱਚ ਜੁੜਨ ਸਦਕਾ ਲੋਕ ਤੇ ਪਰਲੋਕ ਦੋਵੇਂ ਸੁਖੀਏ ਸੁਹੇਲੇ ਬਣਦੇ ਹਨ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਇਹਦੇ ਤੋਂ ਅਗਲੇ ਜਿਹੜੇ 2 ਸ਼ਲੋਕ ਹਨ ਇਹ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ, ਪਰ ਇਹਨਾਂ ਦੋਵਾਂ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਨੇ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੀ ਆਪਸੀ ਵਿਚਾਰ ਚਰਚਾ ਦਾ। ਔਰ ਵੇਖੋ ਇਹ ਜਿਹੜੇ ਬਚਨ ਹਨ ਇਹਨਾਂ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹ ਭਗਤ ਬੇਸ਼ੱਕ ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਜੀ ਇਹ ਜਿਹੜੇ 2 ਭਗਤ ਹਨ ਨਾ, ਇਹਨਾਂ ਦਾ ਸੰਬੰਧ ਮਹਾਰਾਸ਼ਟਰ ਦੇ ਨਾਲ ਹੈ।
ਭਗਤ ਤਰਲੋਚਨ ਜੀ ਦਾ ਤੇ ਭਗਤ ਨਾਮਦੇਵ ਜੀ ਦਾ। ਤੇ ਕਬੀਰ ਸਾਹਿਬ ਜੀ ਦਾ ਸੰਬੰਧ ਹੈ ਬਨਾਰਸ ਦੇ ਨਾਲ, ਉੱਤਰ ਪ੍ਰਦੇਸ਼ ਯੂਪੀ ਦੇ ਨਾਲ। ਪਰ ਵੇਖੋ ਅੱਜ ਦੇ ਸਮੇਂ ਦੇ ਵਿੱਚ ਤੇ ਭਾਵੇਂ ਮੀਡੀਆ ਹੈ, ਸੰਚਾਰ ਦੇ ਸਾਧਨ ਹਨ, ਦੁਨੀਆ ਤੇ ਕਿਤੇ ਕੋਈ ਘਟਨਾ ਵਰਤਦੀ ਹੈ ਤੇ ਸਾਰੀ ਦੁਨੀਆ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਖਬਰ ਪਹੁੰਚ ਜਾਂਦੀ ਹੈ। ਚੰਗੇ ਦੀ ਵੀ ਪਹੁੰਚ ਜਾਂਦੀ ਹੈ, ਮੰਦੇ ਦੀ ਵੀ ਪਹੁੰਚ ਜਾਂਦੀ ਹੈ। ਪਰ ਉਹ ਸਮੇਂ ਕੋਈ ਇਸ ਤਰ੍ਹਾਂ ਦੇ ਕੋਈ ਸੰਚਾਰ ਦੇ ਸਾਧਨ ਨਹੀਂ ਸਨ, ਨਾ ਕੋਈ ਆਵਾਜਾਈ ਦੇ ਬਹੁਤੇ ਸਾਧਨ ਸਨ। ਤੇ ਭਗਤ ਕਬੀਰ ਸਾਹਿਬ ਬਨਾਰਸ ਹਨ, ਨਾਮਦੇਵ ਤਰਲੋਚਨ ਕਿੱਥੇ, ਉਹ ਮਹਾਰਾਸ਼ਟਰ ਦੇ ਵਿੱਚ ਹਨ। ਪਰ ਫਿਰ ਵੀ ਵੇਖੋ ਕਬੀਰ ਉਹਨਾਂ ਨੂੰ ਜਾਣਦੇ ਨੇ, ਉਹ ਕਬੀਰ ਨੂੰ ਜਾਣਦੇ ਨੇ। ਇੱਥੋਂ ਪਤਾ ਲੱਗਦਾ ਹੈ ਕਿ ਭਗਤਾਂ ਦੀ ਜਿਹੜੀ ਆਪਸ ਦੇ ਵਿੱਚ ਸਾਂਝ ਕਿੰਨੀ ਸੀ, ਉਹ ਕਿੱਦਾਂ ਕੜੀਆਂ ਤੇ ਲੜੀਆਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਸਨ। ਹੁਣ ਭਗਤ ਨਾਮਦੇਵ ਜੀ ਇੱਕ ਸ਼ਬਦ, ਜਿਸ ਸ਼ਬਦ ਦੇ ਵਿੱਚ ਉਹਨਾਂ ਨੇ ਇਹ ਗੱਲ ਸਮਝਾਈ ਹੈ ਕਿ ਬੰਦਾ ਇੱਕੋ ਵਕਤ ਦੋ ਕੰਮ ਕਰ ਸਕਦਾ ਹੈ। ਅੱਜ ਦੇ ਸਮੇਂ 'ਚ ਵੀ ਜਿਹੜਾ ਇੱਕ ਬਹਾਨਾ ਅਸੀਂ ਲੋਕ ਬਣਾਉਂਦੇ ਹਾਂ, ਜੀ ਮੈਂ ਤੇ ਸਾਰੀ ਦਿਹਾੜੀ ਆਪਣੇ ਕੰਮਕਾਰ 'ਚ ਹੀ ਇੰਨਾ ਰੁੱਝਿਆ ਰਹਿੰਦਾ ਹਾਂ ਕਿ ਰੱਬ ਨੂੰ ਧਿਆਉਣ ਦਾ, ਪਰਮਾਤਮਾ ਨੂੰ ਚੇਤੇ ਕਰਨ ਦਾ, ਗੁਰੂ ਨੂੰ ਆਰਾਧਨ ਦਾ ਸਮਾਂ ਹੀ ਕੋਈ ਨਹੀਂ ਮਿਲਦਾ ਹੈ। ਅਸਲ ਦੇ ਵਿੱਚ ਇਹ ਇੱਕ ਬਹਾਨੇਬਾਜ਼ੀ। ਤੇ ਭਗਤ ਜੀ ਨੇ ਉਹ ਚੀਜ਼ ਸਮਝਾਈ ਹੈ ਕਿ ਜੇ ਤੇ ਤੇਰੇ ਅੰਦਰ ਹੋਵੇ, ਤੇਰੀ ਨੀਅਤ ਸਾਫ਼ ਹੋਵੇ, ਰੱਬ ਨੂੰ ਧਿਆਉਣ ਵਾਲੀ ਬਿਰਤੀ ਹੋਵੇ, ਫਿਰ ਤੇ ਤੂੰ ਕਿਰਤ ਵਿਰਤ ਕਰਦਿਆਂ ਹੋਇਆਂ ਵੀ ਰੱਬ ਨੂੰ ਧਿਆ ਸਕਦਾ ਹੈ। ਤੇ ਜੇ ਬੰਦੇ ਦੀ ਨੀਅਤ ਹੀ ਨਹੀਂ ਹੈ ਰੱਬ ਨੂੰ ਧਿਆਉਣ ਦੀ, ਫਿਰ ਤੇ ਭਾਵੇਂ ਸਾਰੀ ਦਿਹਾੜੀ ਬੈਠਾ ਵੀ ਰਵੇ। ਤੇ ਲੋਕ ਆਪਾਂ ਵਹਿੰਦੇ ਹੀ ਹਾਂ, ਬਾਹਰ ਸਾਰੀ ਦਿਹਾੜੀ ਫਿਰਦੇ ਰਹਿੰਦੇ ਹਨ, ਫਿਰ ਵੀ ਕਹਿੰਦੇ ਜੀ ਨਾ ਸਾਡੇ ਕੋਲ ਸਮਾਂ ਨਹੀਂ, ਫਿਰ ਵੀ ਗੁਰੂ ਤੋਂ, ਰੱਬ ਤੋਂ, ਗੁਰਸੰਗਤ ਤੋਂ ਟੁੱਟੇ ਰਹਿੰਦੇ ਹਨ। ਸੋ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੀ ਜੋ ਆਪਸ ਦੇ ਵਿੱਚ ਵਿਚਾਰ ਚਰਚਾ ਹੁੰਦੀ ਹੈ, ਉਹਦਾ ਜ਼ਿਕਰ ਕਬੀਰ ਸਾਹਿਬ ਇਹ ਦੋ ਸ਼ਲੋਕ ਹਨ, 212 ਤੇ 213, ਇਹਨਾਂ 'ਚ ਵਰਣਨ ਕਰਦੇ ਨੇ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਤੇ ਜੋ ਉਥਾਨਕਾ ਲਿਖਣ ਵਾਲਿਆਂ ਨੇ ਪਿੱਛੇ ਇੱਕ ਸਾਖੀ ਲਿਖੀ ਹੈ ਕਿ ਇੱਕ ਭਗਤ ਨਾਮਦੇਵ ਤੇ ਭਗਤ ਤਰਲੋਚਨ ਦੋਵੇਂ ਮਿੱਤਰ ਹਨ। ਤੇ ਇੱਕ ਦਿਨ ਭਗਤ ਤਰਲੋਚਨ ਭਗਤ ਨਾਮਦੇਵ ਜੀ ਨੂੰ ਮਿਲਣ ਦੇ ਲਈ ਆਉਂਦੇ ਨੇ। ਤਰਲੋਚਨ ਬੂਹੇ ਤੇ ਖੜੇ ਨੇ, ਨਾਮਦੇਵ ਅੱਗੇ ਆਪਣੇ ਘਰ 'ਚ ਆਪਣੀ ਕਿਰਤ ਵਿਰਤ ਕਰ ਰਹੇ ਹਨ, ਕਾਰ ਵਿਹਾਰ 'ਚ ਲੱਗੇ ਹੋਏ ਹਨ, ਕਿਰਤੀ ਹਨ ਇਹ ਭਗਤ। ਕਿਰਤ ਕਰਦਿਆਂ ਹੋਇਆਂ ਪਰਮਾਤਮਾ ਨੂੰ ਧਿਆਉਂਦੇ ਨੇ ਭਗਤ। ਔਰ ਦਰਵਾਜ਼ੇ ਤੇ ਖਲੋਤੇ ਤਰਲੋਚਨ ਵੇਂਦੇ ਹਨ ਤੇ ਕਿੰਨੀ ਦੇਰ ਉਹ ਵੇਂਦੇ ਰਹੇ। ਤੇ ਨਾਮਦੇਵ ਆਪਣੀ ਕਿਰਤ ਦੇ ਵਿੱਚ ਲੱਗੇ ਹੋਏ ਨੇ, ਕੱਪੜੇ ਬੁਣਨ 'ਚ ਲੱਗੇ ਹੋਏ ਹਨ, ਕਿਧਰੇ ਕੱਪੜੇ ਰੰਗਣ 'ਚ ਲੱਗੇ ਹੋਏ ਨੇ, ਔਰ ਇੱਦਾਂ ਆਪਣੀ ਕਿਰਤ ਵਿਰਤ ਉਹ ਕਰ ਰਹੇ ਨੇ। ਤੇ ਕਬੀਰ ਸਾਹਿਬ ਕਹਿੰਦੇ ਜਦੋਂ ਤਰਲੋਚਨ ਭਗਤ ਨੇ ਵੇਖਿਆ ਕਿ ਕਿੰਨੀ ਦੇਰ ਹੋ ਚੁੱਕੀ ਹੈ, ਨਾਮਦੇਵ ਬੈਠਾ ਆਪਣੇ ਕੰਮ ਧੰਦੇ ਦੇ ਵਿੱਚ ਹੀ ਪੂਰੀ ਤਰ੍ਹਾਂ ਮਸਤ ਹੈ, ਉੱਥੇ ਫਿਰ ਭਗਤ ਤਰਲੋਚਨ ਭਗਤ ਨਾਮਦੇਵ ਨੂੰ ਇਹ ਪੁੱਛਦੇ ਹਨ। ਕੀ ਪੁੱਛਦੇ ਨੇ? ਨਾਮਾ ਮਾਇਆ ਮੋਹਿਆ। ਕਹਿਣ ਲੱਗੇ ਹੈ ਨਾਮਦੇਵ ਕਿ ਮਾਇਆ ਨੇ ਮੋਹਿਤ ਕਰ ਲਿਆ ਹੈ। ਕਹੈ ਤਿਲੋਚਨ ਮੀਤ ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ। ਕਹਿਣ ਲੱਗੇ ਬਸ ਕੱਪੜਿਆਂ 'ਚ ਹੀ, ਕੱਪੜੇ ਬੁਣਨ 'ਚ, ਕੱਪੜੇ ਰੰਗਣ 'ਚ, ਕੱਪੜਿਆਂ ਤੇ ਰੰਗ ਦੇ ਠੱਪੇ ਲਾਉਣ 'ਚ ਲੱਗੇ ਹੋਏ ਹੋ, ਰਾਮ ਨਾ ਲਾਵੋ ਚੀਤ। ਹੁਣ ਪਰਮਾਤਮਾ 'ਚ ਚਿੱਤ ਜੋੜਨਾ ਛੱਡ ਦਿੱਤਾ ਜੇ ਕਿ ਬਿਰਤੀ ਧੰਦੇ 'ਚ ਹੀ ਲੱਗ ਗਈ ਹੈ। ਅੱਗੋਂ ਫਿਰ ਇਸ ਗੱਲ ਦਾ ਉੱਤਰ ਦਿੰਦੇ ਨੇ ਭਗਤ ਨਾਮਦੇਵ ਕਿ ਨਾ ਸੱਜਣਾ, ਇਹ ਤੇਰਾ ਇੱਕ ਭੁਲੇਖਾ ਹੈ ਕਿ ਸ਼ਾਇਦ ਨਾਮਦੇਵ ਕੇਵਲ ਮਾਇਆ ਦੇ ਵਿੱਚ ਹੀ ਮਸਤ ਹੋਇਆ ਪਿਆ ਹੈ। ਉਹ ਕਹਿਣ ਲੱਗੇ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ। ਨਾਮਦੇਵ ਤਰਲੋਚਨ ਜੀ ਨੂੰ ਕਹਿਣ ਲੱਗੇ ਵੇਖ, ਠੀਕ ਹੈ ਮੈਂ ਆਪਣੀ ਕਿਰਤ ਵਿਰਤ ਕਰ ਰਿਹਾ ਹਾਂ, ਪਰ ਮੇਰਾ ਮੁੱਖ, ਮੇਰੀ ਜਿਹੜੀ ਰਸਨਾ ਹੈ ਉਹ ਪਰਮਾਤਮਾ ਨੂੰ ਧਿਆਉਣ ਦੇ ਵਿੱਚ ਲੱਗੀ ਹੋਈ ਹੈ। ਮੇਰੀ ਰਸਨਾ ਤੋਂ ਨਿਰੰਕਾਰ ਦੇ ਨਾਮ ਦੀ ਧੁਨ ਲਗਾਤਾਰ ਚੱਲ ਰਹੀ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਮੈਂ ਹੱਥਾਂ ਪੈਰਾਂ ਦੇ ਨਾਲ ਕਿਰਤ ਵਿਰਤ ਕਰ ਰਿਹਾ ਹਾਂ ਤੇ ਮੇਰਾ ਜਿਹੜਾ ਚਿੱਤ ਹੈ, ਮੇਰੀ ਜਿਹੜੀ ਸੁਰਤ ਹੈ ਉਹ ਤੇ ਪਰਮਾਤਮਾ ਦੇ ਭਜਨ 'ਚ ਲੱਗੀ ਹੋਈ ਹੈ। ਹੱਥ ਕਾਰ ਵੱਲ
ਤੇ ਚਿੱਤ ਕਰਤਾਰ ਵੱਲ। ਰਸਨਾ ਵੀ ਕਰਤਾਰ ਦੀ ਇਬਾਦਤ 'ਚ ਜੁੜੀ ਹੈ। ਉੱਥੇ ਫਿਰ ਭਗਤ ਤਰਲੋਚਨ ਕਹਿਣ ਲੱਗੇ ਇਹ ਕਿੱਦਾਂ ਹੋ ਸਕਦਾ ਹੈ? ਬੰਦਾ ਇੱਕ ਵਕਤ ਇੱਕ ਹੀ ਕੰਮ ਕਰ ਸਕਦਾ ਹੈ, ਜਾਂ ਭਜਨ ਕਰ ਲਵੇਗਾ, ਜਾਂ ਦੁਨੀਆ ਦੇ ਕਾਰੋਬਾਰ ਕਰ ਲਵੇਗਾ, ਜਾਂ ਧਰਮ ਕਮਾ ਲਵੇਗਾ, ਜਾਂ ਧੰਦਾ ਕਮਾ ਲਵੇਗਾ। ਦੋਵਾਂ ਪਾਸੇ ਧਿਆਨ ਕਿੱਦਾਂ ਜੁੜ ਸਕਦਾ ਹੈ? ਦੋਵਾਂ ਪਾਸੇ ਕਿੱਦਾਂ ਬਿਰਤੀ ਜੁੜ, ਦੋ ਕੰਮ ਇੱਕੋ ਸਮੇਂ ਮਨੁੱਖ ਕਿੱਦਾਂ ਕਰ ਸਕਦਾ ਹੈ? ਤੇ ਉੱਥੇ ਫਿਰ ਇੱਕ ਸ਼ਬਦ ਇਹਨਾਂ ਸ਼ਲੋਕਾਂ ਦੀ ਹੀ ਅੱਗੇ ਵਿਆਖਿਆ ਉਸ ਸ਼ਬਦ ਦੇ ਅੰਦਰ ਹੈ। ਉਹਦੇ 'ਚ ਭਗਤ ਨਾਮਦੇਵ ਜੀ ਨੇ ਇਹ ਚੀਜ਼ ਸਮਝਾਈ ਹੈ ਕਿ ਇੱਕੋ ਵਕਤ ਬੰਦਾ ਦੋ ਕੰਮ ਕਿੱਦਾਂ ਕਰ ਸਕਦਾ ਹੈ। ਉਹ ਕਹਿਣ ਲੱਗੇ ਆਨੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮੱਧੇ ਭਰਮੀ ਅਲੇ। ਬੱਚਿਆਂ ਵੱਲ ਵੇਖੋ, ਕਹਿੰਦੇ ਛੋਟੇ ਛੋਟੇ ਬੱਚੇ ਹੁੰਦੇ ਨੇ, ਕਾਗਜ਼ ਉਹਨਾਂ ਨੇ ਲਿਆਂਦਾ, ਉਹਦੀ ਪਤੰਗ ਕੱਟੀ, ਤੇ ਫਿਰ ਜਿਵੇਂ ਉਹ ਪਤੰਗ ਤਿਆਰ ਕਰਨ ਦਾ ਪ੍ਰੋਸੀਜਰ, ਹੁਣ ਤਾਂ ਭਾਵੇਂ ਤਿਆਰ ਹੋਈਆਂ ਰੈਡੀਮੇਡ ਪਤੰਗਾਂ ਜਿੰਨੀਆਂ ਮਰਜ਼ੀ ਖਰੀਦ ਲਵੋ, ਤਰ੍ਹਾਂ ਤਰ੍ਹਾਂ ਦੀਆਂ ਆ ਚੁੱਕੀਆਂ ਨੇ, ਪਰ ਪਹਿਲਿਆਂ ਸਮਿਆਂ ਦੇ ਵਿੱਚ ਤੇ ਉਹ ਬੱਚੇ ਦਾ ਕਾਗਜ਼ ਨੂੰ ਕੱਟ ਕੇ ਤੇ ਤੀਲੇ ਵਗੈਰਾ ਜੋੜ ਕੇ ਤੇ ਇੱਦਾਂ ਹੀ ਫਿਰ ਕੰਮ ਚਲਾਉਂਦੇ ਸਨ। ਉਹ ਕਹਿਣ ਲੱਗੇ ਜਿਵੇਂ ਬੱਚੇ ਕਾਗਜ਼ ਲਿਆਉਂਦੇ ਹਨ, ਫਿਰ ਉਹਦੀ ਪਤੰਗ ਕੱਟ ਕੇ ਤੇ ਆਕਾਸ਼ ਮੱਧੇ ਭਰਮੀ ਅਲੇ, ਉਹਨੂੰ ਫਿਰ ਆਕਾਸ਼ 'ਚ ਉਡਾਉਂਦੇ ਨੇ, ਤੇ ਐਨ ਆਕਾਸ਼ ਦੇ ਵਿੱਚ ਪੰਛੀ ਦੀ ਤਰ੍ਹਾਂ ਉਡਾਰੀਆਂ ਮਾਰਦੀ ਹੈ ਉਹ ਪਤੰਗ, ਬੱਚਿਆਂ ਦੀਆਂ ਉਂਗਲਾਂ 'ਤੇ ਨੱਚਦੀ ਹੈ। ਔਰ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਹੁਣ ਇੱਕ ਬੱਚਾ ਪਤੰਗ ਉਡਾ ਰਿਹਾ ਹੈ, ਉਹਦੇ ਹੱਥ ਦੇ ਵਿੱਚ ਪਤੰਗ ਦੀ ਡੋਰ ਹੈ, ਨਾਲ ਉਹਦੇ 2-4 ਮਿੱਤਰ ਸੱਜਣ ਖਲੋਤੇ ਹਨ। ਬੱਚਾ ਉਹਨਾਂ ਦੇ ਨਾਲ ਗੱਲਾਂ ਵੀ ਕਰ ਰਿਹਾ ਹੈ ਤੇ ਨਾਲ ਦੀ ਨਾਲ ਪਤੰਗ ਵੀ ਉਡਾਉਂਦਾ ਪਿਆ ਹੈ। ਇੱਕੋ ਹੀ ਸਮੇਂ ਦੋ ਕੰਮ ਹੋ ਰਹੇ ਹਨ ਕਿ ਨਹੀਂ ਹੋ ਰਹੇ ਹਨ? ਬਿਲਕੁਲ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਜਿਵੇਂ ਉਹ ਇੱਕੋ ਸਮੇਂ ਆਪਣੇ ਮਿੱਤਰਾਂ 'ਚ ਵੀ ਧਿਆਨ ਬੱਚਾ ਰੱਖਦਾ ਹੈ, ਗੱਲਾਂ ਕਰਦਾ ਹੈ, ਨਾਲ ਦੀ ਨਾਲ ਉਹਦਾ ਧਿਆਨ ਪਤੰਗ 'ਚ ਵੀ ਹੈ, ਇਸੇ ਤਰ੍ਹਾਂ ਮੇਰੇ ਹੱਥ ਪੈਰ ਕਿਰਤ ਦੇ ਵਿੱਚ ਲੱਗੇ ਹਨ, ਸੁਰਤ ਮੇਰੀ ਕਰਤਾਰ ਦੇ ਵਿੱਚ ਲੱਗੀ। ਉਹਨਾਂ ਨੇ ਅੱਗੇ ਫਿਰ ਹੋਰ ਉਦਾਹਰਨਾਂ ਦਿੱਤੀਆਂ, ਕਹਿੰਦੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਹੁਣ ਵੇਖੋ, ਇੱਕ ਹੈ ਕੰਮ ਲੁਹਾਰ ਦਾ ਕੰਮ ਤੇ ਇੱਕ ਹੈ ਕੰਮ ਸੁਨਿਆਰ ਦਾ ਕੰਮ। ਗੁਰੂ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਆ ਨਾ, ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀ ਅਖੀਰਲੀ ਪੌੜੀ 'ਚ ਬਚਨ ਕੀਤੇ, ਜਤ ਪਹਾਰਾ ਧੀਰਜ ਸਨਿਆਰ ਆਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਹੁਣ ਮਹਾਰਾਜ ਕਹਿੰਦੇ ਜਿਵੇਂ ਇੱਕ ਸੁਨਿਆਰ ਸੋਨੇ ਦੇ ਗਹਿਣੇ ਤਿਆਰ ਕਰਦਾ ਹੈ ਨਾ, ਉਹਦੀ ਇਕਾਗਰਤਾ ਜਿਵੇਂ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਦੀ ਇਕਾਗਰਤਾ ਜੀਵਨ 'ਚ ਬਣਾਉਣੀ ਪੈਂਦੀ ਹੈ ਜੇ ਉੱਥੋਂ ਤੱਕ ਪਹੁੰਚਣਾ ਹੈ ਨਾਨਕ ਨਦਰੀ ਨਦਰ ਨਿਹਾਲ ਤੱਕ। ਕੰਮ ਤਾਂ ਵੇਖੋ ਲੋਹੇ ਵਾਲਾ ਜਿਹੜਾ ਲੁਹਾਰ ਹੈ ਉਹ ਵੀ ਕਰਦਾ ਹੈ, ਪਰ ਉਹਨੂੰ ਆਪਣੇ ਕੰਮ ਦੇ ਵਿੱਚ ਉਸ ਤਰ੍ਹਾਂ ਦਾ ਬਰੀਕੀ 'ਚ ਧਿਆਨ ਨਹੀਂ ਦੇਣਾ ਪੈਂਦਾ ਜਿੰਨਾ ਸੁਨਿਆਰ ਨੂੰ ਧਿਆਨ ਦੇ। ਇਸੇ ਕਰਕੇ ਕਹਿੰਦੇ ਹਨ ਕਿ ਸੁਨਿਆਰ ਦੀ ਠੱਕ ਠੱਕ ਤੇ ਲੁਹਾਰ ਦਾ ਇੱਕੋ ਹੀ ਠਾ, ਉਹ ਤੇ ਇੱਕੋ ਵਾਰ ਸੱਟ ਮਾਰਦਾ ਤੇ ਕੰਮ ਖਤਮ। ਪਰ ਸੁਨਿਆਰ ਇੱਕੋ ਵਾਰ ਇੱਦਾਂ ਨਹੀਂ ਕਰਦਾ, ਉਹਨੂੰ ਬੜੇ ਧਿਆਨ ਦੇ ਨਾਲ ਕੰਮ ਕਰਨਾ ਪੈਂਦਾ ਹੈ। ਤੇ ਜਦੋਂ ਫਿਰ ਸੁਨਿਆਰਾ ਗਹਿਣੇ ਆਦਿਕ ਤਿਆਰ ਕਰਦਾ ਹੈ, ਬੜੇ ਧਿਆਨ ਦੇ ਨਾਲ ਉਹ ਕੰਮ ਵੀ ਕਰ ਰਿਹਾ ਹੈ। ਕੋਈ ਗਾਹਕ ਉਹਦੇ ਕੋਲ ਦੁਕਾਨ ਤੇ ਆ ਗਿਆ, ਕੋਈ ਇੱਧਰ ਉੱਧਰ ਸਾਥੀ ਬੈਠੇ, ਨਾਲ ਦੀ ਨਾਲ ਉਹ ਉਹਨਾਂ ਦੇ ਨਾਲ ਗੱਲਾਂ ਵੀ ਕਰ ਰਿਹਾ ਹੈ। ਕੰਮ ਬੜਾ ਬਰੀਕੀ ਵਾਲਾ ਹੈ, ਪਰ ਬਰੀਕੀ ਵਾਲੇ ਕੰਮ ਨੂੰ ਕਰਦਿਆਂ ਹੋਇਆਂ ਵੀ ਉਹ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਗੱਲਾਂ ਕਰ ਰਿਹਾ ਹੈ। ਤੇ ਇਹ ਚੀਜ਼ ਭਗਤ ਨਾਮਦੇਵ ਕਹਿੰਦੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਅਸੀਂ ਇੱਦਾਂ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ 'ਚ ਵਿੰਨਿਆ ਹੋਇਆ ਹੈ ਜਿਵੇਂ ਇੱਕ ਸੁਨਿਆਰ ਸੋਨੇ ਦੇ ਗਹਿਣੇ ਤਿਆਰ ਕਰਨ ਵਾਲਾ ਆਪਣਾ ਧਿਆਨ ਆਪਣੀ ਕਿਰਤ ਦੇ ਵਿੱਚ ਜੋੜਦਾ ਹੈ। ਪਰ ਕਿਰਤ ਦੇ ਵਿੱਚ ਧਿਆਨ ਜੋੜਦਿਆਂ ਵੀ ਜਿਵੇਂ ਉਹਦੀ ਸਾਥੀਆਂ ਦੇ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ, ਦੋਵਾਂ ਪਾਸੇ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਅਸੀਂ ਅਕਾਲ ਪੁਰਖ ਦੇ ਧਿਆਨ 'ਚ ਵੀ ਜੁੜੇ ਹਾਂ ਤੇ ਕਿਰਤ ਵੀ ਕਰ ਰਹੇ ਹਾਂ। ਇੱਦੋਂ ਅਗਲੀ ਉਦਾਹਰਨ ਉਹ ਦਿੰਦੇ ਹਨ ਉਹਨਾਂ ਇਸਤਰੀਆਂ ਦੀ। ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜ ਕੁਵਾਰ ਪਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਪੁਰਾਣੇ ਸਮਿਆਂ 'ਚ
ਪਾਣੀ ਦੇ ਪ੍ਰਬੰਧ ਅੱਜ ਵਰਗੇ ਨਹੀਂ ਹੁੰਦੇ ਸਨ ਤੇ ਬੀਬੀਆਂ ਭੈਣਾਂ ਨੂੰ ਬਾਹਰੋਂ ਪਿੰਡ ਦੇ ਬਾਹਰ ਕੋਈ ਇੱਕ ਖੂਹ ਹੋਣਾ ਤੇ ਸਾਰੀਆਂ ਪਿੰਡ ਦੀਆਂ ਇਸਤਰੀਆਂ ਉਸੇ ਖੂਹ ਤੋਂ ਘਰ ਦੀਆਂ ਲੋੜਾਂ ਦੇ ਲਈ ਪਾਣੀ ਲਿਆਉਂਦੀਆਂ ਸਨ। ਘੜੇ ਉਹਨਾਂ ਨੇ ਪਾਣੀ ਦੇ ਭਰ ਕੇ ਸਿਰ ਤੇ ਰੱਖ ਲੈਣੇ, ਨਾਲ 3-4 ਸਹੇਲੀਆਂ ਹੋਣੀਆਂ, ਘੜੇ ਸਾਰੀਆਂ ਦੇ ਸਿਰ ਤੇ ਹੁੰਦੇ ਸਨ, ਪਰ ਉਹ ਨਾਲ ਦੀ ਨਾਲ ਇੱਕ ਦੂਜੀ ਦੇ ਨਾਲ ਗੱਲਾਂ ਵੀ ਕਰਦੀਆਂ ਨੇ, ਹਾਸਾ ਠੱਠਾ ਵੀ ਕਰਦੀਆਂ ਨੇ, ਧਿਆਨ ਉਹਨਾਂ ਦਾ ਪਾਣੀ ਦੇ ਘੜੇ ਦੇ ਵਿੱਚ ਟਿਕਿਆ ਰਹਿੰਦਾ ਹੈ। ਭਗਤ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਉਹਨਾਂ ਦਾ ਕਿਰਤ ਕਰਦਿਆਂ ਵੀ ਧਿਆਨ ਟਿਕਿਆ ਰਹਿੰਦਾ ਹੈ, ਇਸੇ ਤਰ੍ਹਾਂ ਸਾਡਾ ਵੀ ਕਿਰਤ ਕਰਦਿਆਂ ਹੋਇਆਂ ਉਸ ਅਕਾਲ ਪੁਰਖ 'ਚ ਧਿਆਨ ਟਿਕਿਆ ਰਹਿੰਦਾ। ਅਗਲੀ ਉਦਾਹਰਨ ਉਹਨਾਂ ਨੇ ਦਿੱਤੀ ਇੱਕ ਗਾਂ ਦੀ, ਜਿਹਨੂੰ ਗਵਾਲਾ ਚਾਰਨ ਦੇ ਲਈ ਬਾਹਰ ਦੂਰ ਖੜਦਾ ਹੈ ਤੇ ਉਹਦਾ ਬਛੜਾ ਪਿੱਛੇ ਹੁੰਦਾ ਹੈ ਗਊਸ਼ਾਲਾ ਦੇ ਵਿੱਚ, ਘਰ ਦੇ ਵਿੱਚ, ਤੇ ਉਹ ਗਾਂ ਬੇਸ਼ੱਕ ਦੂਰ ਆਪਣਾ ਚਾਰਾ ਚਰ ਰਹੀ ਹੈ, ਪਰ ਧਿਆਨ ਉਹਦਾ ਆਪਣੇ ਬੱਚੇ ਦੇ ਵਿੱਚ ਹੀ ਹੁੰਦਾ ਹੈ। ਮੰਦਰ ਏਕ ਦੁਆਰ 10 ਦਾ ਜਾ ਕੇ ਗਊ ਚਰਾਵਨ ਛਾਡੀ ਅਲੇ, 5 ਕੋਸ ਪਰ ਗਊ ਚਰਾਵਤ, ਚੀਤ ਸੋ ਬਛੜਾ ਰਾਖੀ ਅਲੇ। ਤੇ ਅਖੀਰ 'ਚ ਭਗਤ ਨਾਮਦੇਵ ਕਹਿੰਦੇ ਕਹਿਤ ਨਾਮ ਦਿਓ ਸੁਣੋ ਤਿਲੋਚਨ, ਬਾਲਕ ਪਾਲਨ ਪੌਡੀ ਅਲੇ। ਮਾਂ ਨੇ ਬੱਚੇ ਨੂੰ ਪੰਘੂੜੇ 'ਚ ਪਾਇਆ, ਹੁਣ ਘਰ ਦੇ ਕੰਮ ਕਾਰ ਕਰ ਰਹੀ ਹੈ। ਬਲਕਿ ਇੱਕ ਜਗ੍ਹਾ 'ਤੇ ਬਹੁਤ ਕਮਾਲ ਦੇ ਵਿਦਵਾਨ ਹਨ, ਸਰਦਾਰ ਨਰਿੰਦਰ ਸਿੰਘ ਕਪੂਰ, ਬਹੁਤ ਸਾਰੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੇ ਔਰ ਪੜ੍ਹਨ ਵਾਲੀਆਂ ਹਨ। ਸੋਚ ਨੂੰ ਉਸਾਰੂ ਅਗਾਂਹ ਵਧੂ ਕਿਵੇਂ ਬਣਾਉਣਾ ਹੈ, ਉਹਨਾਂ ਨੇ ਬਹੁਤ ਵਧੀਆ ਉਹ ਵਿਚਾਰ ਆਪਣੀਆਂ ਕਿਤਾਬਾਂ 'ਚ ਦਿੱਤੇ ਨੇ, ਵੱਖ-ਵੱਖ ਕਨਸੈਪਟ ਹਨ। ਉਹ ਇੱਕ ਜਗ੍ਹਾ 'ਤੇ ਮਾਂ ਦੀ ਗੱਲ ਕਰਦਿਆਂ ਹੋਇਆਂ ਲਿਖਦੇ ਹਨ ਕਿ ਵੇਖੋ ਮਾਂ ਦਾ ਬੱਚੇ 'ਚ ਕਿੰਨਾ ਧਿਆਨ ਹੁੰਦਾ ਹੈ। ਕਹਿੰਦੇ ਮਾਂ ਘਰ ਦੇ ਕੰਮ ਕਾਰ ਕਰਕੇ ਐਨ ਥੱਕੀ ਹੋਈ ਪਲੰਘ 'ਤੇ ਲੇਟ ਗਈ, ਦੂਜੇ ਪਾਸੇ ਬਾਰ-ਬਾਰ ਦੂਜੇ ਕਮਰੇ ਦੇ ਵਿੱਚ ਉਹਦਾ ਬੱਚਾ, ਕਮਰੇ 'ਚ ਬੱਚਾ ਸੀ, ਮਾਂ ਬਾਹਰ ਬਰਾਂਡੇ 'ਚ ਲੇਟ ਗਈ ਤੇ ਬਰਾਂਡੇ ਦੇ ਬਿਲਕੁਲ ਕਹਿੰਦੇ ਨਾਲ ਇੱਕ ਸੜਕ ਹੈ, ਗਲੀ ਹੈ। ਸ਼ਹਿਰ 'ਚ ਕਿਧਰੇ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਦੀ ਗੱਡੀ ਲੰਘੀ, ਬੜੀ ਉੱਚੀ ਉਹਦਾ ਸਾਇਰਨ ਵੱਜਦਾ ਪਿਆ ਸੀ। ਮਾਂ ਨੂੰ ਨਹੀਂ ਸੁਣਿਆ, ਉਹ ਇੰਨੀ ਥੱਕੀ ਸੀ ਕਿ ਸੁੱਤੀ ਰਹੀ, ਉਹਨੂੰ ਪਤਾ ਹੀ ਨਾ ਲੱਗਿਆ ਗੱਡੀ ਕਦੋਂ ਲੰਘ ਗਈ ਹੈ। ਕਿਸੇ ਦੀ ਬਰਾਤ ਲੰਘੀ, ਬੜੇ ਬੈਂਡ ਵਾਜੇ ਵੱਜਦੇ ਪਏ ਸਨ, ਬੜਾ ਸ਼ੋਰ ਮੱਚਦਾ ਪਿਆ ਸੀ। ਮਾਂ ਦੀ ਅੱਖ, ਇਸਤਰੀ ਦੀ ਅੱਖ ਤਾਂ ਨਾ ਖੁੱਲੀ, ਉਹ ਇੰਨਾ ਰੌਲਾ ਵੀ ਉਹਦੀ ਨੀਂਦ ਦੇ ਵਿੱਚ ਵਿਘਨ ਨਾ ਪਾ ਸਕਿਆ। ਪਰ ਨਾਲ ਦੇ ਕਮਰੇ ਦੇ ਵਿੱਚ ਪਿਆ ਹੋਇਆ ਉਹਦਾ ਬੱਚਾ ਥੋੜ੍ਹਾ ਕੁ ਹਿੱਲਿਆ ਤੇ ਥੋੜ੍ਹਾ ਕੁ ਉਹਦੀ ਆਵਾਜ਼ ਆਈ ਰੋਣ ਦੀ, ਤੇ ਮਾਂ ਦੀ ਅੱਖ ਇੱਕਦਮ ਖੁੱਲ੍ਹ ਗਈ। ਧਿਆਨ ਮਾਂ ਦੇ ਧਿਆਨ ਦੀ ਗੱਲ ਉਹ ਕਰਦੇ ਹਨ ਕਿ ਜਿੰਨੀ ਮਰਜ਼ੀ ਗਹਿਰੀ ਤੋਂ ਗਹਿਰੀ ਨੀਂਦਰ ਦੇ ਵਿੱਚ ਵੀ ਮਾਂ ਸੁੱਤੀ ਹੈ, ਧਿਆਨ ਉਹਦਾ ਫਿਰ ਵੀ ਆਪਣੇ ਬੱਚੇ ਦੇ ਵਿੱਚ ਹੁੰਦਾ ਹੈ। ਭਗਤ ਜੀ ਕਹਿੰਦੇ ਕਹਿਤ ਨਾਮ ਦਿਓ ਸੁਣੋ ਤਿਲੋਚਨ, ਬਾਲਕ ਪਾਲਨ ਪੌਡੀ ਅਲੇ। ਤਰਲੋਚਨ ਜੀ ਤੁਸੀਂ ਕਹਿੰਦੇ ਹੋ ਕਿ ਬੰਦਾ ਇੱਕੋ ਸਮੇਂ 2 ਕੰਮ ਕਿੱਦਾਂ ਕਰ ਸਕਦਾ ਹੈ? ਜਿਹੜਾ ਕੰਮ ਕਰੇਗਾ ਧਿਆਨ ਉੱਥੇ ਹੀ ਜੁੜਨਾ ਹੈ, ਦੂਜੇ ਪਾਸੇ ਧਿਆਨ ਕਿੱਦਾਂ ਜੁੜ ਸਕਦਾ ਹੈ? ਕਹਿਣ ਲੱਗੇ ਬਾਹਰ ਦੀਆਂ ਉਦਾਹਰਨਾਂ ਛੱਡੋ, ਆਪਣੇ ਘਰ ਵੱਲ ਅਸੀਂ ਵੇਖੀਏ। ਮਾਂ ਹੈ, ਬੱਚੇ ਨੂੰ ਪੰਘੂੜੇ 'ਚ ਪਾ ਕੇ ਘਰ ਦੇ ਕੰਮ ਕਾਰ ਕਰਦੀ ਹੈ, ਪਰ ਕੰਮ ਕਾਰ ਕਰਦਿਆਂ ਵੀ ਉਹਦਾ ਧਿਆਨ ਕਿੱਥੇ ਹੁੰਦਾ ਹੈ? ਆਪਣੇ ਬੱਚੇ ਦੇ ਵਿੱਚ। ਬਾਲਕ ਪਾਲਨ ਪੌਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਅੰਦਰ ਬਾਹਰ ਕੰਮ ਕਰਦਿਆਂ ਵੀ ਚਿੱਤ ਉਹਦਾ ਬੱਚੇ ਦੇ ਵਿੱਚ ਹੁੰਦਾ ਹੈ। ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਮਨ ਰਾਮ ਨਾਮਾ ਬੇਦੀ ਅਲੇ, ਅਸੀਂ ਵੀ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ 'ਚ ਜੋੜਿਆ ਹੋਇਆ। ਕੰਮ ਕਾਰ ਕਿਰਤ ਵੀ ਕਰਦੇ ਹਾਂ, ਕਿਉਂਕਿ ਕਿਰਤ ਵੀ ਕਰਨੀ ਜ਼ਰੂਰੀ ਹੈ। ਕਿਰਤ ਤੋਂ ਬਿਨਾਂ ਜੀਵਨ ਦਾ ਗੁਜ਼ਾਰਾ ਨਹੀਂ ਚੱਲ ਸਕਦਾ ਹੈ। ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਕਿਰਤੀ ਹੋਣ ਦਾ ਉਪਦੇਸ਼ ਦਿੱਤਾ ਹੈ, ਪਰ ਨਾਲ ਜਿਹੜੀ ਸਿੱਖਿਆ ਇਹ ਦਿੱਤੀ ਗਈ ਹੈ ਕਿ ਕਿਰਤ ਹੀ ਸਿੱਖ ਦੀ ਕੀਰਤੀ ਬਣ ਜਾਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਭਾਈ ਤੁਲਸਾ ਜਾਪਾ ਕਨ੍ਹਈਆ ਇਹ ਸਿੱਖ ਆਏ, ਇਹਨਾਂ ਬੇਨਤੀ ਕੀਤੀ ਜੀ ਕੰਮਕਾਰ ਬੜਾ ਹੈ ਤੇ ਰੱਬ ਨੂੰ ਧਿਆਉਣ ਦਾ ਤੇ ਸਮਾਂ ਹੀ ਨਹੀਂ ਮਿਲਦਾ ਹੈ, ਦੱਸੋ ਸਾਡਾ ਉਧਾਰ ਹੋ ਸਕਦਾ ਨਹੀਂ ਹੋ ਸਕਦਾ, ਕੀ ਤਰੀਕਾ ਹੈ? ਤੇ ਗੁਰੂ ਸਾਹਿਬ ਦੇ ਉੱਥੇ ਬਚਨ ਸਨ ਕਿ ਜਿਮ ਨਿਸ ਦਿਨ ਕਰ ਕਾਜ ਸੁਧਾਰੈ, ਤੇ ਅੱਗੇ ਕਬੂ ਨਾ ਲੱਗੈ ਪਿਆਰੇ। ਵਿਹਲੜ ਬੰਦਾ ਦੇਖੋ ਨਾ ਘਰ ਵਾਲਿਆਂ ਨੂੰ ਚੰਗਾ ਲੱਗਦਾ ਹੈ, ਨਾ ਬਾਹਰ ਸਮਾਜ ਨੂੰ ਚੰਗਾ ਲੱਗਦਾ। ਬੰਦਾ ਬੱਚਾ ਸਾਡੇ ਆਪਣੇ ਘਰ 'ਚ ਹੀ ਹੋਵੇ, ਇੱਕ ਬੱਚਾ ਕਮਾਉਂਦਾ, ਇੱਕ ਵਿਹਲਾ ਬੈਠਾ ਰਹਿੰਦਾ ਹੋਵੇ,
ਵਿਅਰਥ ਦਾ ਉਜਾੜਾ ਪਾਉਣ ਤੇ। ਕਿਹੜਾ ਘਰ ਵਾਲਿਆਂ ਨੂੰ, ਮਾਤਾ ਪਿਤਾ ਨੂੰ ਕਿਹੜਾ ਚੰਗਾ ਲੱਗਦਾ ਹੈ ਜਿਹੜਾ ਕਮਾਊ ਪੁੱਤ ਹੈ। ਤੇ ਕਮਾਊ ਪੁੱਤ ਜੇ ਕਿਧਰੇ ਗੁੱਸੇ 'ਚ ਉੱਚਾ ਨੀਵਾਂ ਵੀ ਬੋਲ ਦੇਵੇ ਉਹਦੀਆਂ ਤਾਂ ਵੀ ਸਾਰੇ ਸੁਣ ਲੈਂਦੇ ਹਨ, ਕੋਈ ਨਾ ਕਮਾਉਂਦਾ ਹੈ। ਜੇ ਦੋ ਕਹਿ ਵੀ ਦਿੱਤੀਆਂ ਤੇ ਕੋਈ ਨਾ। ਜਿਹਨੂੰ ਕਹਿੰਦੀ ਸਾਡੀ ਕਹਾਵਤ ਹੈ ਕਿ ਦੁੱਧ ਦੇਂਦੀ ਗਾਂ ਦੀ ਛੜ ਵੀ ਸਹਿਣੀ ਪਵੇ ਤਾਂ ਕੋਈ ਨਾ, ਤੇ ਫੰਡਰ ਦੀਆਂ ਛੜਾਂ ਕੌਣ ਸਵੇ। ਸੋ ਜਿਹੜਾ ਵਿਹਲੜ ਹੈ ਉਹਨੂੰ ਨਾ ਘਰ ਪ੍ਰਵਾਨ ਕਰਦਾ ਜੇ, ਤੇ ਸਮਾਜ ਵੀ ਵਿਹਲੇ ਬੰਦੇ ਨੂੰ ਕੋਈ ਚੰਗੇ ਨਜ਼ਰੀਏ ਦੇ ਨਾਲ ਨਹੀਂ ਵੇਂਦਾ ਹੈ। ਲੋਕ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਹਨ ਕਿ ਉਹਦੇ ਕੋਲੋਂ ਦੂਰ ਹੀ ਰਹਿਣਾ, ਜਿਹੜਾ ਆਪ ਕੁਝ ਨਹੀਂ ਕਰਦਾ ਸਾਡੇ ਵੀ ਬੱਚੇ ਵਿਗਾੜ ਨਾ ਦੇਵੇ। ਮਹਾਰਾਜ ਕਹਿੰਦੇ ਸਿੱਖ ਕਿਰਤੀ ਹੋਵੇ, ਜਿਹੜਾ ਕਿਰਤ ਛੱਡ ਕੇ ਬਹਿ ਜਾਂਦਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਜਿਮ ਨਿਸ ਦਿਨ ਘਰ ਕਾਜ ਸੁਧਾਰੈ, ਤੇ ਅੱਗੇ ਕਬੂ ਨਾ ਲੱਗੈ ਪਿਆਰੇ, ਤਥਾ ਪਿਆਰ ਕਰੋ ਗੁਰਬਾਣੀ ਪੜਨ ਸੁਣਨ ਕੀਚੈ ਰੁਚ ਠਾਨੀ। ਜਿਵੇਂ ਸਾਨੂੰ ਆਪਣੀ ਕਿਰਤ ਦੇ ਨਾਲ ਪਿਆਰ ਹੈ, ਤੇ ਵੇਖੋ ਕਿਰਤ ਦੇ ਅੰਦਰ ਤਰੱਕੀ ਵੀ ਉਸੇ ਕਿਰਤ ਦੇ ਵਿੱਚ ਹੈ ਜਿਹੜੀ ਕਿਰਤ ਬੰਦਾ ਚਾਅ ਉਤਸ਼ਾਹ ਤੇ ਪਿਆਰ ਦੇ ਨਾਲ ਕਰ ਰਿਹਾ ਹੈ। ਜਿਹੜੀ ਕਿਰਤ ਅਸੀਂ ਪਿਆਰ ਚਾਅ ਤੇ ਉਤਸ਼ਾਹ ਦੇ ਨਾਲ ਨਾ ਕਰੀਏ ਤੇ ਉਹ ਕਿਰਤ ਦੇ ਵਿੱਚ ਵੀ ਤਰੱਕੀ ਨਹੀਂ ਹੁੰਦੀ। ਕਈ ਲੋਕ ਬੜੇ ਸ਼ੰਕੇ ਕਰਦੇ ਕਿੰਤੂ ਪਰੰਤੂ ਕਰਦੇ, ਜੀ ਸਾਡਾ ਤੇ ਧੰਦਾ ਹੀ ਮਾੜਾ, ਸਾਡਾ ਤੇ ਕੰਮ ਹੀ ਮਾੜਾ ਹੈ, ਅਸੀਂ ਤੇ ਆਪਣੇ ਬੱਚਿਆਂ ਨੂੰ ਕਹਿਣਾ ਇਹ ਕੰਮ ਨਾ ਕਰਿਓ, ਹੋਰ ਜਿਹੜਾ ਮਰਜ਼ੀ ਕਰ ਲਿਓ। ਜਿਹੜਾ ਫਿਰ ਇੱਦਾਂ ਦੀ ਰੋਂਦੀ ਬਿਰਤੀ ਦੇ ਨਾਲ ਕੰਮ ਕਰੇਗਾ ਉਹ ਭਾਵੇਂ ਜਿਹੜਾ ਮਰਜ਼ੀ ਕੰਮ ਕਰ ਲਵੇ, ਉਹ ਕਿਸੇ ਕੰਮ ਦੇ ਵਿੱਚ ਬਰਕਤ ਨਹੀਂ ਜੇ ਪੈਂਦੀ, ਕਿਉਂਕਿ ਸਾਡੀ ਨੀਅਤ ਨੂੰ ਮੁਰਾਦਾਂ ਹਨ। ਜੇ ਪਹਿਲਾਂ ਹੀ ਨੀਅਤ ਦੇ ਅੰਦਰ ਖੋਟ, ਅਸੀਂ ਆਲਸੀ ਕਰਨਾ ਹੀ ਕੁਝ ਨਹੀਂ ਚਾਹੁੰਦੇ ਹਾਂ, ਤੇ ਫਿਰ ਹੋ ਵੀ ਕੁਝ ਨਹੀਂ ਸਕਦਾ ਹੈ। ਜਿਵੇਂ ਇੱਕ ਪਿਛਲੇ ਦਿਨੀ ਵੀ ਉਹ ਕਹਾਵਤ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਉਦਮੀ ਬੰਦੇ ਦੇ ਅੱਗੇ ਤੇ ਲక్ష్ਮੀ ਹੈ। ਮਹਾਰਾਜ ਬਾਣੀ 'ਚ ਕਹਿੰਦੇ ਉਦਮੀ ਬੰਦੇ ਦੀ ਨਿਸ਼ਾਨੀ ਕੀ ਹੈ, ਨਾ ਉਹਨੂੰ ਅੰਨ ਤੇ ਨਾ ਉਹਨੂੰ ਧਨ ਦੀ ਕੋਈ ਕਮੀ ਰਹਿੰਦੀ। ਜੇ ਉਦੋ ਸਾਹੇ ਕਿਆ ਨਿਸ਼ਾਨੀ ਤੋੜ ਨਾ ਆਵੇ ਅੰਨੀ, ਤੇ ਆਲਸੀ ਦੇ ਕੋਲ ਕੀ ਹੋਣਾ ਹੈ। ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ, ਤੇ ਦਲਿਦਰੀ ਦੇ ਘਰ ਗਊ ਲਵੇਰੀ ਉੱਠ ਕੇ ਚੋਵੇ ਕੌਣ। ਦਲਿਦਰੀ ਬੰਦਾ ਘਰ ਗਾਂ ਦੁੱਧ ਦੇਣ ਵਾਲੀ ਵੀ ਹੈ, ਪਰ ਇੰਨੀ ਹਿੰਮਤ ਹੀ ਨਹੀਂ ਹੈ ਚੋ ਕੇ ਤੇ ਦੁੱਧ ਹੀ ਪੀ ਲਈ। ਉਹ ਫਿਰ ਉਹ ਆਲਸੀ ਦੇ ਪੱਲੇ ਕੁਝ ਨਹੀਂ ਪੈਂਦਾ, ਭਾਵੇਂ ਉਹਦੇ ਚਾਰੇ ਪਾਸੇ ਖਜ਼ਾਨਾ ਵੀ ਖਿਲ ਰਿਹਾ ਹੋਵੇ, ਕਹਿੰਦਾ ਕਿਹੜਾ ਚੁੱਕੇਗਾ ਤੇ ਕਿਹੜਾ ਸੰਭਾਲੇਗਾ, ਤੇ ਉਹ ਫਿਰ ਇੱਦਾਂ ਹੀ ਖਾਲੀ ਦਾ ਖਾਲੀ ਰਹਿ ਜਾਂਦਾ। ਤੇ ਮਾਲਕ ਨੇ ਬਖਸ਼ਿਸ਼ਾਂ ਦਾ ਖਜ਼ਾਨਾ ਤੇ ਸਾਡੇ ਸਾਰਿਆਂ ਦੇ ਲਈ ਖੋਲ੍ਹਿਆ ਹੋਇਆ ਹੈ। ਥੋੜ੍ਹੀ ਹਿੰਮਤ ਸਾਨੂੰ ਵੀ ਕਰਨੀ ਪੈਂਦੀ ਹੈ, ਚੀਜ਼ਾਂ ਤਾਂ ਝੋਲੀ 'ਚ ਪੈਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਕਿਰਤ ਜਿਹੜਾ ਛੱਡ ਕੇ ਬਹਿ ਜਾਂਦਾ ਹੈ ਕਿਸੇ ਨੂੰ ਚੰਗਾ ਨਹੀਂ ਲੱਗਦਾ ਹੈ, ਤੇ ਕਿਰਤ ਦੇ ਨਾਲ ਜਿਵੇਂ ਸਾਨੂੰ ਪਿਆਰ ਹੈ ਉਸੇ ਤਰ੍ਹਾਂ ਕੀਰਤੀ ਦੇ ਨਾਲ ਪਿਆਰ ਬਣਾਓ। ਤਥਾ ਪਿਆਰ ਕਰੋ ਗੁਰਬਾਣੀ ਪੜਨ ਸੁਣਨ ਕੀਚੈ ਰੁਚ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਕਿਰਤ ਕਰਦਿਆਂ ਹੋਇਆਂ ਕਰਤੇ ਪੁਰਖ ਨੂੰ ਚੇਤੇ ਰੱਖੋ, ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸੋ ਕਬੀਰ ਸਾਹਿਬ ਜੀ ਦੱਸ ਰਹੇ ਹਨ ਕਿ ਨਾਮਦੇਵ ਜੀ ਨੇ ਇਹ ਚੀਜ਼ ਤਰਲੋਚਨ ਜੀ ਨੂੰ ਸਮਝਾਈ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਨਾਲ ਮੈਂ ਹੱਥਾਂ ਪੈਰਾਂ ਦੇ ਨਾਲ ਕੰਮਕਾਰ ਕਿਰਤ ਵਿਰਤ ਕਰਦਾ ਹਾਂ, ਧਿਆਨ ਮੇਰਾ ਪਰਮਾਤਮਾ ਦੀ ਕੀਰਤੀ 'ਚ। ਅੱਗੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ 214 ਨੰਬਰ ਸਲੋਕ, ਔਰ ਆਰੰਭ ਦੇ ਵਿੱਚ ਉਹ ਸਰਲੇਖ ਵੀ ਹੈ ਮਹੱਲਾ 5ਵਾਂ। ਭਾਵ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੈ ਇਹ ਸਲੋਕ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਾਹੀਂ। ਮਹਾਰਾਜ ਕਹਿੰਦੇ ਠੀਕ ਹੈ, ਸੰਸਾਰ ਅੰਦਰ ਮੋਹ ਦੀਆਂ ਤੰਦਾਂ ਨੇ, ਇਹ ਤਾਣਾ ਬਾਣਾ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ, ਪਰ ਅਸਲ ਦੇ ਵਿੱਚ ਕਿਸੇ ਦਾ ਇੱਥੇ ਪੱਕਾ ਸਾਥੀ ਕੋਈ ਨਹੀਂ ਹੈ। ਸਾਰੇ ਚੱਲਦੀ ਗੱਡੀ ਦੇ ਮੁਸਾਫਰਾਂ ਦੀ ਤਰ੍ਹਾਂ ਹਾਂ, ਜਿਵੇਂ ਰਸਤੇ ਦਾ ਸਾਥ ਹੈ, ਕੋਈ ਕਿਸੇ ਪੜਾਅ 'ਤੇ ਉਤਰ ਜਾਂਦਾ, ਕੋਈ ਕਿਸੇ 'ਤੇ ਉਤਰ ਜਾਂਦਾ। ਕਦੇ ਅਸੀਂ ਪਹਿਲਾਂ ਉਤਰ ਜਾਂਦੇ ਹਾਂ, ਕਦੇ ਸਾਡੀ ਨਾਲ ਦੀ ਸੀਟ ਵਾਲਾ ਪਹਿਲਾਂ ਉਤਰ ਜਾਂਦਾ ਹੈ। ਮਹਾਰਾਜ ਕਹਿੰਦੇ ਨਾ ਅਸੀਂ ਕਿਸੇ ਦੇ ਨਾਲ ਹਮੇਸ਼ਾ ਨਿਭ ਸਕਦੇ ਹਾਂ, ਤੇ ਨਾ ਕੋਈ ਦੂਜਾ ਸਾਡੇ ਨਾਲ ਹਮੇਸ਼ਾ ਨਿਭ ਸਕਦਾ ਹੈ। ਇਹ ਸੰਸਾਰ ਦੀ ਆਦਿ ਜੁਗਾਦੀ ਖੇਡ ਹੈ, ਦਸਤੂਰ ਹੈ। ਆਪਣੀ ਵਾਰੀ ਮੁਤਾਬਕ ਅਸੀਂ ਸੰਸਾਰ ਅੰਦਰ ਆਉਂਦੇ ਹਾਂ,
ਤੇ ਜਦੋਂ ਸਾਡੀ ਜਾਣ ਦੀ ਵਾਰੀ ਹੁੰਦੀ ਹੈ ਉਦੋਂ ਅਸੀਂ ਸੰਸਾਰ ਤੋਂ ਤੁਰ ਜਾਂਦੇ ਹਾਂ। ਇਸੇ ਤਰ੍ਹਾਂ ਦੂਜਿਆਂ ਦੀਆਂ ਆਪਣੀਆਂ ਆਪਣੀਆਂ ਆਉਣ ਦੀਆਂ ਵਾਰੀਆਂ ਨੇ, ਆਪਣੀਆਂ ਆਪਣੀਆਂ ਜਾਣ ਦੀਆਂ ਵਾਰੀਆਂ ਨੇ। ਕੋਈ ਪਹਿਲਾਂ ਚਲਾ ਜਾਂਦਾ, ਕੋਈ ਬਾਅਦ 'ਚ ਚਲਾ ਜਾਂਦਾ ਹੈ। ਸਾਰਿਆਂ ਨੂੰ ਜਾਣਾ ਹੀ ਪੈਂਦਾ ਹੈ, ਕਿਉਂਕਿ ਸੰਸਾਰ ਉਸ ਦਰਖਤ ਦੀ ਤਰ੍ਹਾਂ ਹੈ ਜਿੱਥੇ ਰਾਤੀ ਪੰਛੀ ਬੜੇ ਇਕੱਠੇ ਹੋ ਕੇ ਬਹਿੰਦੇ ਹਨ, ਪਰ ਅਸਤ ਅਦੋਤ ਭਇਆ ਉੱਠ ਚੱਲਣਾ, ਜਿਉਂ ਜਿਉਂ ਔਧ ਵਿਹਾਣੀਆਂ। ਜਿਵੇਂ ਸ਼ਾਮੀ ਪੰਛੀ ਆ ਕੇ ਦਰਖਤ 'ਤੇ ਬੈਠੇ, ਸਵੇਰੇ ਸੂਰਜ ਚੜ੍ਹਨਾ ਸ਼ੁਰੂ ਹੋਇਆ ਤੇ ਸਹਿਜੇ ਸਹਿਜੇ ਪੰਛੀਆਂ ਨੇ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਦਾਂ ਹੀ ਸੰਸਾਰ ਦੀ ਖੇਡ ਹੈ। ਮਹਾਰਾਜ ਕਹਿੰਦੇ ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ, ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਸਾਡੇ ਜੀਵਨ ਦਾ ਮਨੋਰਥ ਕੀ ਹੈ? ਜਿਹੜੇ ਵਾਹਿਗੁਰੂ ਨੇ ਇਹ ਸਾਰੀ ਦੀ ਸਾਰੀ ਰਚਨਾ ਰਚੀ ਹੈ, ਖੇਡ ਬਣਾਈ ਹੈ, ਉਸ ਪਰਮਾਤਮਾ ਦੇ ਵਿੱਚ ਅਸੀਂ ਸਮਾਉਣਾ ਹੈ। ਇਹ ਤੇ ਹੈ ਜੀਵਨ ਦਾ ਮਨੋਰਥ। ਬਾਕੀ ਚੀਜ਼ਾਂ ਤੇ ਉਸ ਮਨੋਰਥ ਤੱਕ ਪਹੁੰਚਣ ਦੇ ਲਈ ਤੇ ਜੀਵਨ ਰੂਪੀ ਇਹ ਜਿਹੜਾ ਸਫ਼ਰ ਹੈ, ਇਹਨੂੰ ਸੁਖੈਨ ਬਣਾਉਣ ਦੇ ਲਈ, ਰਸ ਭਿੰਨਾ ਬਣਾਉਣ ਦੇ ਲਈ ਪਰਮਾਤਮਾ ਨੇ ਇਹ ਸਾਰੀ ਦੀ ਸਾਰੀ ਕੁਦਰਤ ਦੀ ਸਿਰਜਣਾ ਕੀਤੀ ਹੈ। ਮਨੋਰਥ ਸਾਨੂੰ ਜੀਵਨ ਦਾ ਟੀਚਾ ਚੇਤੇ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਦਾ ਟੀਚਾ ਕੀ ਹੈ। ਅਟਕਣਾ ਨਹੀਂ ਹੈ, ਲਗਾਤਾਰ ਉਸ ਮਨੋਰਥ ਨੂੰ, ਆਪਣੇ ਮਕਸਦ ਨੂੰ, ਟਾਰਗੇਟ ਨੂੰ ਅਚੀਵ ਕਰਨ ਦਾ ਨਿਰੰਤਰ ਯਤਨ ਕਰਨਾ ਹੈ। ਤੇ ਜਿਹੜੇ ਯਤਨ ਕਰਦੇ ਹਨ ਉਹ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ, ਤੇ ਜਿਹੜੇ ਯਤਨ ਕੋਈ ਨਹੀਂ ਕਰਦੇ ਹਨ ਉਹ ਕਿਸੇ ਮੰਜ਼ਿਲ 'ਤੇ ਵੀ ਨਹੀਂ ਪਹੁੰਚਦੇ। ਜਿਵੇਂ ਦੁਨਿਆਵੀ ਕਿਰਤ ਕਰਨ ਦੇ ਲਈ ਬੰਦੇ ਦਾ ਉਦਮੀ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਧਰਮ ਕਮਾਉਣ ਦੇ ਲਈ ਵੀ ਉਦਮੀ ਹੋਣਾ ਜ਼ਰੂਰੀ ਹੈ। ਆਲਸੀ ਬੰਦਾ ਨਾ ਧਰਮ ਕਮਾ ਸਕਦਾ ਹੈ ਤੇ ਨਾ ਬੰਦਾ ਆਲਸੀ ਧੰਦੇ ਦੇ ਵਿੱਚ ਹੀ ਕਿਸੇ ਤਰ੍ਹਾਂ ਸਫਲ ਹੋ ਸਕਦਾ ਹੈ। ਉਹ ਉਧਰੋਂ ਵੀ ਅਸਫਲ ਰਹਿੰਦਾ ਤੇ ਉਹ ਉਧਰੋਂ ਵੀ ਅਸਫਲ ਰਹਿੰਦਾ। ਪਰ ਉਦਮੀ ਮਨੁੱਖ ਦੇ ਲਈ ਤੇ ਸਫਲਤਾ ਆਪ ਉਹਦੇ ਪਿੱਛੇ ਚੱਲ ਕੇ ਆਉਂਦੀ ਹੈ। ਤੇ ਕਬੀਰ ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਦੀ ਇਬਾਦਤ ਬੰਦਗੀ ਵਾਲੇ ਰਸਤੇ 'ਤੇ ਤੁਰ ਪੈਂਦਾ ਹੈ, ਠੀਕ ਹੈ, ਜਦੋਂ ਚੱਲਦਾ ਹੈ, ਸ਼ੁਰੂਆਤ ਹੈ, ਉਦੋਂ ਤਾਂ ਗੱਲ ਕੁਝ ਹੋਰ ਹੈ, ਪਰ ਜਿਵੇਂ ਜਿਵੇਂ ਬੰਦਾ ਚੱਲਦਾ ਜਾਂਦਾ ਹੈ ਤੇ ਤਿਵੇਂ ਤਿਵੇਂ ਫਿਰ ਰਸਤੇ ਆਪਣੇ ਆਪ ਬਣਦੇ ਜਾਂਦੇ ਹਨ। ਵੇਖੋ, ਇੱਕ ਉਹ ਬੰਦਾ ਹੈ, ਇਹ ਸਾਡੇ ਲਈ ਵੀ ਹੈ ਕਿ ਅਸੀਂ ਕਿਵੇਂ ਚੱਲਣਾ ਹੈ, ਕਿੱਦਾਂ ਦਾ ਆਪਣਾ ਜੀਵਨ ਬਣਾਉਣਾ ਹੈ। ਇੱਕ ਬੰਦਾ ਹੈ ਜਿਹੜਾ ਦੂਜਿਆਂ ਦੇ ਬਣਾਏ ਹੋਏ ਰਾਹਾਂ 'ਤੇ ਚੱਲਦਾ ਹੈ, ਜਾਂ ਜਿਹੜੀਆਂ ਪਰੰਪਰਾਵਾਂ, ਵਿਚਾਰਾਂ ਸਮਾਜ ਨੇ ਉਹਨੂੰ ਦਿੱਤੀਆਂ ਤੇ ਬੰਦਾ ਉਹਨਾਂ ਰਾਹਾਂ 'ਤੇ ਤੁਰਦਾ ਗਿਆ। ਜਿਹੜਾ ਬਣਿਆ ਹੋਇਆ ਰਾਹਾਂ 'ਤੇ ਤੁਰ ਕੇ ਅੱਗੇ ਜਾਂਦਾ ਹੈ ਨਾ, ਉਹਨੂੰ ਕੋਈ ਬਹੁਤਾ ਸੰਸਾਰ ਉਦੋਂ ਬਾਅਦ ਯਾਦ ਨਹੀਂ ਕਰਦਾ ਹੈ। ਸੰਸਾਰ ਅੰਦਰ ਯਾਦ ਕਿਹਨੂੰ ਕੀਤਾ ਜਾਂਦਾ ਹੈ? ਜਿਹੜੇ ਨਵੀਆਂ ਰਾਹਾਂ ਪੈਦਾ ਕਰਦੇ ਹਨ, ਜਿਹੜੇ ਨਵੇਂ ਰਾਹ ਸੰਸਾਰ ਦੇ ਸਾਹਮਣੇ, ਨਵੇਂ ਮੌਕੇ ਤੇ ਨਵੇਂ ਆਪਸ਼ਨ ਪੈਦਾ ਕਰਦੇ ਹਨ, ਸੰਸਾਰ ਉਹਨਾਂ ਨੂੰ ਚੇਤੇ ਕਰਦਾ। ਇੱਕ ਵਿਦਵਾਨ ਦੇ ਬੜੇ ਪਿਆਰੇ ਉਹ ਦੋ ਬੋਲ ਹਨ, ਕਹਿੰਦਾ ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਚੱਲਦਾ ਤੇ ਰਾਹ ਬਣਦੇ ਨੇ। ਵੇਖੋ, ਇਹ ਹੈ ਉਸ ਮਨੁੱਖ ਦੀ ਬਿਰਤੀ ਜਿਹੜਾ ਸਮਾਜ ਨੂੰ ਬਦਲਣ, ਸੰਸਾਰ ਨੂੰ ਬਦਲਣ ਦੀ ਹਿੰਮਤ ਰੱਖਦਾ ਹੈ। ਜ਼ਮਾਨੇ ਕੇ ਸਾਥ ਤੋਂ ਸਭੀ ਬਦਲਤੇ ਹੈ। ਸਮਾਂ ਬਦਲਦਾ, ਹਾਲਾਤ, ਮਾਹੌਲ ਬਦਲਦਾ ਹੈ, ਸਾਡਾ ਰਹਿਣ ਸਹਿਣ, ਖਾਣ ਪੀਣ ਦਾ ਢੰਗ, ਲਾਈਫ ਸਟਾਈਲ ਆਪਣੇ ਆਪ ਬਦਲਦਾ ਜਾਂਦਾ ਹੈ। ਅਸੀਂ ਆਪਣੇ 'ਤੇ ਹੀ ਵੇਖੀਏ, ਅੱਜ ਤੋਂ 20-25 ਸਾਲ ਪਹਿਲਾਂ ਦਾ ਸਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਕੀ ਸੀ ਸਮਾਜ ਦਾ, ਤੇ ਅੱਜ ਕਿਵੇਂ ਸਾਰਾ ਕੁਝ ਬਦਲ ਚੁੱਕਿਆ ਹੈ। ਤੇ ਕਿਵੇਂ ਬਦਲਿਆ ਹੈ? ਆਪਣੇ ਆਪ ਹੀ ਬਦਲਾਅ ਆਉਂਦਾ ਗਿਆ, ਚੀਜ਼ਾਂ ਬਦਲਦੀਆਂ ਗਈਆਂ। ਕਈ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਹੈ ਕਿਹੜੇ ਵੇਲੇ ਉਹ ਚੀਜ਼ਾਂ ਬਦਲ ਜਾਂਦੀਆਂ, ਕਿਉਂਕਿ ਜੋ ਚੀਜ਼ਾਂ ਕੁਦਰਤ ਦਾ, ਸਮਾਜ ਦਾ ਜੋ ਵਰਤਾਰਾ ਵਰਤਦਾ ਹੈ, ਉਹਦੇ 'ਚ ਅਸੀਂ ਆਪਣੇ ਆਪ ਢਲਦੇ ਜਾਂਦੇ ਹਾਂ। ਕਦੋਂ ਬਚਪਨ ਤੋਂ ਅਸੀਂ ਜਵਾਨੀ 'ਚ ਪਹੁੰਚ ਗਏ, ਇਹ ਤੇ ਨਹੀਂ ਹੈ ਕਿ ਇੱਕ ਕਦਮ ਪੁੱਟਿਆ ਤੇ ਅਸੀਂ ਜਵਾਨ ਹੋ ਗਏ, ਤੇ ਬੰਦਾ ਇੱਕ ਕਦਮ ਪੁੱਟਦਾ ਤੇ ਬੁੱਢਾ ਹੋ ਜਾਂਦਾ ਹੈ। ਇਹ ਤੇ ਸਹਿਜੇ ਸਹਿਜੇ ਕੁਦਰਤ ਦਾ ਪ੍ਰੋਸੀਜਰ ਹੈ, ਉਹ ਚੱਲਦਾ ਜਾਂਦਾ ਹੈ ਤੇ ਉਹਦਾ ਪ੍ਰਭਾਵ ਫਿਰ ਸਾਡੇ ਸਰੀਰ 'ਤੇ ਬਣਦਾ ਜਾਂਦਾ ਹੈ। ਕਦੋਂ ਬੱਚਾ ਬਿਲਕੁਲ ਛੋਟਾ ਸੀ, ਵਾਲ ਵੀ ਨਹੀਂ ਸਨ, ਫਿਰ ਦਾੜੀ ਆ ਗਈ, ਲੰਬੀ ਹੋ ਗਈ, ਕਦੋਂ ਵਾਲ ਚਿੱਟੇ ਹੋ ਗਏ ਤੇ ਸਾਰਾ ਹੀ ਦਾੜਾ ਚਿੱਟਾ ਹੋ ਗਿਆ, ਪਤਾ ਹੀ ਨਹੀਂ ਲੱਗਦਾ। ਇੱਕ ਇੱਕ ਕਰਦਿਆਂ ਵਾਲ अपने आप सारे बदल जाते हैं। सो जमाने के साथ तो सभी बदलते हैं, मर्द वो है जो जमाना बदल दे।
ਮਰਦ ਸੰਸਾਰ ਉਹਨੂੰ ਚੇਤੇ ਰੱਖਦਾ ਹੈ ਜਿਹੜਾ ਜ਼ਮਾਨਾ ਬਦਲ ਦਵੇ। ਹੁਣ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਿਉਂ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਿਉਂ ਹੈ? ਕਿਉਂਕਿ ਉਹ ਸਮਾਜ ਦੇ ਮੁਤਾਬਕ ਨਹੀਂ ਬਦਲੇ, ਉਹਨਾਂ ਨੇ ਸਮਾਜ ਨੂੰ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਸਮਾਜ ਸੰਸਾਰ ਨੂੰ ਇੱਕ ਨਵੀਂ ਸੋਚ ਦਿੱਤੀ, ਨਵਾਂ ਗਿਆਨ ਦਿੱਤਾ। ਐਸਾ ਉਹ ਗੁਰੂ ਮਹਾਰਾਜ ਜੀ ਦਾ ਤਾਜ਼ਗੀ ਭਰਿਆ ਗਿਆਨ ਕਿ ਅੱਜ ਤੋਂ 500 ਸਾਲ ਪਹਿਲਾਂ ਕਹੇ ਹੋਏ ਬਚਨ ਵੀ ਅੱਜ ਵੀ ਐਨ ਨਵੇਂ ਨਰੋਏ ਤੇ ਤਾਜ਼ੇ ਨੇ, ਸਮਾਜ ਨੂੰ ਬਦਲਣ ਵਾਲੇ ਨੇ। ਬਸ ਲੋੜ ਇਹ ਹੈ ਕਿ ਅਸੀਂ ਉਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ, ਸੁਚੱਜਾ ਜੀਵਨ ਬਣਾਈਏ। ਔਰ ਜਿਵੇਂ ਗੁਰੂ ਮਹਾਰਾਜ ਨੇ ਸਾਨੂੰ ਅਗਾਂਹ ਕੋ ਤਰਾਂਗ ਪਿਛਾਂ ਫੇਰਨਾ ਮੋਢੜਾ ਦੀ ਸਿੱਖਿਆ ਦਿੱਤੀ ਹੈ, ਉਹਨੂੰ ਜੀਵਨ ਅੰਦਰ ਕਮਾਈਏ। ਫਿਰ ਅਸੀਂ ਜੀਵਨ ਦੇ ਉਸ ਮੰਜ਼ਿਲ ਨੂੰ, ਉਸ ਮਕਸਦ ਨੂੰ ਹਾਸਲ ਕਰ ਸਕਦੇ ਹਾਂ ਜੋ ਸਾਡੇ ਜੀਵਨ ਦਾ ਮਨੋਰਥ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਮਿਹਰ ਕਰਨ। ਗੁਰੂ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਸ਼ਬਦ ਉਪਦੇਸ਼ ਸਾਡੇ ਹਿਰਦਿਆਂ 'ਚ ਵਸਣ, ਜੀਵਨ ਸਫਲ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੱਜ ਵੱਜ ਕੇ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਓ ਹਰੀ ਕੇਰਾ ਮੰਜਨੀ ਵਸਾਇਆ।